ਵਾਹਿਗੁਰੂ 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 ਸ਼੍ਰੀ ਵਾਹਿਗੁਰੂ ਜੀ
सुपना यार पेखना जो सुपना यार पेखना ऐसे जग को इनमें कुछ साचो नहीं नानक बिन भगवान राणा राणा और है रंग ना
लंका घाट सोने का पहरा, लंका घाट सोने का पहरा, मूर्ख रावण क्या ले आया। लंका घाट सोने का पहरा, लंका घाट सोने का पहरा, मूर्ख राम क्या ले गया। नागे आग नागे जाना, नागे आग नागे जाना, कोई न रहे राजा रामा, कोई न रहे राजा रामा। नागे आग नागे जाना, नागे आग नागे जाना। कह कबीर किछ गुण विचार, कह कबीर किछ गुण विचार, चले जुआरी चले चले जुआरी दोए हाथ चार। कह कबीर किछ गुण विचार, कह कबीर किछ गुण विचार, चले जुआरी दोए हाथ चार। चले जुआरी दोए हाथ चार, नागे आवन नागे जाना, नागे आवन नागे जाना, कोई न रहे राजा रामा, कोई न रहे राजा रामा। नागे आवन नागे जाना, नागे आवन नागे आवन नागे आवन नागे जाना, कोई न रहे राजा रामा।
जो तेरा हुक्म तिवै त्यों होवना। ज्यों ज्यों तेरा हुक्म तिवै त्यों होवना। ज्यों ज्यों तेरा हुक्म तिवै त्यों होवना। ज्यों ज्यों तेरा हुक्म तिवै त्यों होवना। जय जय रखे आप जय जय रखे आप मैं जाए खड़ोना। मैं जाए खड़ोना। जो जो तेरा हुक्म तिवै त्यों होवना। जो जो तेरा हुक्म तिवै त्यों होवना। नाम तेरे के रंग दुर्मत तो बड़ा। नाम तेरे के रंग दुर्मत तो बड़ा। जप जप तुद निरंकार परम पाखो
ਜੋ ਤੇਰੇ ਰੰਗ ਰਤੇ ਸਿਜੋਨ ਨ ਜੋਵਣਾ ਜੋ ਤੇਰੇ ਰੰਗ ਰਤੇ ਸਿਜੋਨ
ਕਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਕਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਕਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਕਪੜ ਰੂਪ ਸੁਹਾਵਣਾ ਛੱਡ ਦੁਨੀਆ
ਭਲਾ ਡਰਾਵਣਾ ਰੰਗਾ ਦੋਜ ਚਾਲਿਆ ਤਾਂ ਦਿਸੈ ਕਰਾ ਡਰਾਵਨਾ ਕਰਿਓ ਗਨ ਪਛਤਾਵਨਾ ਕੱਪੜ ਰੂਪਾ ਸੁਹਾਵਨਾ ਛੱਡ ਦੁਨੀਆ ਅੰਦਰ ਜਾਵਨਾ ਜੇ ਹਾਜ਼ਰੀ ਲਿਖਿਆ ਤੇਹਾ ਹੁਕਮ ਕਮਾਏ ਕੱਲੇ ਆਵੇ ਨਾਨਕਾ ਸਦੇ ਉੱਠੀ ਜਾਏ ਰੰਗਾ ਤੁਝ ਚਾਲਿਆ ਤਾਂ ਦਿਸੈ ਕਰਾ ਡਰਾਵਨਾ ਕਲਿਯੁਗ ਨੂੰ ਪਛਤਾਵਣਾ ਕਲਿਯੁਗ ਨੂੰ ਪਛਤਾਵਣਾ ਨੰਗਾ ਕੋ ਜਿਤ ਚਾਲਿਆ ਆਦਿਸ ਭਲਾ ਡਰਾਵਣਾ ਕਲਿਯੁਗ ਨੂੰ ਪਛਤਾਵਣਾ ਕਲਿਯੁਗ ਨੂੰ ਪਛਤਾਵਣਾ ਕਲਿਯੁਗ ਨੂੰ ਪਛਤਾਵਣਾ ਕਲਿਯੁਗ ਨੂੰ ਪਛਤਾਵਣਾ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਛੱਡ ਦੁਨੀਆ ਅੰਦਰ ਜਾਵਣਾ ਛੱਡ ਦੁਨੀਆ ਅੰਦਰ ਜਾਵਣਾ ਜਾਵਣਾ ਕੱਪੜੇ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਕੀਤਾ ਪਾਵਣਾ ਹੁਕਮ ਕੀਏ ਮਨ ਭਾਵਨੇ ਰਾਖੀ ਰਹਿ ਗਿਆ ਜਾਵਣਾ ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਡਰਾਵਣਾ ਕਰ ਔਗਣ ਪਛਤਾਵਣਾ ਅੱਜ ਆਪਾਂ ਉਸ ਵਿਛੜੀ ਆਤਮਾ ਭਾਈ ਸਾਹਿਬ ਭਾਈ ਬਲਕੀਤ ਸਿੰਘ ਜਿਨ੍ਹਾਂ ਦੀ ਯਾਦ ਅੰਦਰ ਜੁੜ ਕੇ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਇਕੱਤਰ ਹੋ ਕੇ ਸਾਰਿਆਂ ਨੇ ਉਸ ਜੀਵਾਤਮਾ ਪ੍ਰਤੀ ਅਰਦਾਸ ਕਰਨੀ ਹੈ। ਕੈਸੀ ਅਰਦਾਸ? ਸਤਿਗੁਰੂ ਸੋਲ੍ਹਾ ਸਾਹਿਬ ਜੀ ਦੀ ਬਾਣੀ ਵਿੱਚ ਸਮਝਾਉਂਦੇ ਹਨ, ਭਾਈ ਇਹ ਅਰਦਾਸ ਰੋਜ਼ ਆਪਾਂ ਸਾਰਿਆਂ ਨੇ ਕਰਨੀ ਹੈ। ਉਹ ਕਿਹੜੀ ਅਰਦਾਸ ਹੈ? ਦੇਹੋ ਸੱਜਣ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ। ਵੈਸੇ ਆਪਾਂ ਸਾਰੇ ਇਸ ਅਰਦਾਸ ਲਈ ਸੰਸਾਰ 'ਚ ਆਏ ਹਾਂ ਤਾਂ ਕਿ ਇਸ ਜੀਵ ਆਤਮਾ ਦਾ ਉਸ ਪਰਮਾਤਮਾ ਨਾਲ ਜਿਉਂਦੇ ਜੀ ਮੇਲ ਬਣ ਜਾਏ। ਭਾਵੇਂ ਆਪਾਂ ਬਾਅਦ ਵਿੱਚ ਅੰਤਮ ਅਰਦਾਸ ਕਰਦੇ ਹਾਂ ਜਾਣ ਵਾਲੇ ਜੀਵ ਆਤਮਾ ਦੀ, ਪਰ ਪਾਤਸ਼ਾਹ ਨੇ ਬਾਣੀ ਵਿੱਚ ਫਰਮਾਇਆ ਹੈ, ਭਾਈ ਇੱਕ ਗੱਲ ਦਾ ਧਿਆਨ ਰੱਖੀ, ਬੜੇ ਚਿਰਾਂ ਪਿੱਛੋਂ ਦੇਹੀ ਮਿਲੀ ਹੈ,
ਮੜੀਆਂ ਵਿੱਚ ਕਬਰਾਂ ਵਿੱਚ ਜਾਣ ਤੋਂ ਪਹਿਲਾਂ ਇਹ ਅਰਦਾਸ ਕਰ ਲੈ ਆਪਣੀ ਕਿਹੜੀ ਕਿ ਇਸ ਜੀਵ ਆਤਮਾ ਦਾ ਉਸ ਪਰਮਾਤਮਾ ਨਾਲ ਮੇਲ ਬਣ ਜਾਏ। ਇਸ ਕਰਕੇ ਸਾਨੂੰ ਜਨਮ ਮਿਲਿਆ। ਤੁਸੀਂ ਸਾਰੇ ਪੜ੍ਹੇ ਲਿਖੇ ਸੱਜਣ ਬੈਠੇ ਹੋ। ਬਾਬਾ ਫਰੀਦ ਜੀ ਨੇ ਸ਼ਲੋਕਾਂ ਵਿੱਚ ਇੱਕ ਸ਼ਲੋਕ ਉਚਾਰਨ ਕੀਤਾ ਹੈ। ਬਾਬਾ ਫਰੀਦ ਜੀ ਆਖਦੇ ਨੇ, ਫਰੀਦਾ ਕਿੱਥੇ ਤੈਡੇ ਮਾਪਿਆਂ ਜਿਹੜੀ ਤੂੰ ਜਣੇ ਹੋਏ, ਤੈ ਪਾਸੋਂ ਓਏ ਲੱਦ ਗਏ ਤੂੰ ਅਜੇ ਨਾ ਪੱਤੀ ਲੋਏ। ਤੈਨੂੰ ਪਤਾ ਹੈ ਤੇਰੇ ਸਾਹਮਣੇ ਛੋਟੀ ਉਮਰ ਵਾਲੇ ਵੱਡੀ ਉਮਰ ਵਾਲੇ ਜਾ ਰਹੇ ਨੇ, ਆਪਾਂ ਦੇਖ ਰਹੇ ਹਾਂ। ਅੱਜ ਭਾਈ ਸਾਹਿਬ ਭਾਈ ਮਲਕੀਤ ਸਿੰਘ, ਕਿਉਂਕਿ ਮੈਨੂੰ ਦੱਸਣ ਦੀ ਲੋੜ ਨਹੀਂ ਗੁਰੂ ਪਿਆਰਿਓ, ਉਹਨਾਂ ਦਾ ਅਕਸ਼ ਜਿਹੜਾ ਹੈ ਬਹੁਤ ਵਧੀਆ ਸੀ, ਸੰਸਾਰ ਵਿੱਚ ਹੋਣਾ ਵੀ ਚਾਹੀਦਾ ਹੈ। ਔਰ ਮਹਾਰਾਜ ਨੇ ਲਾਸਟ ਸਾਹ ਤੱਕ ਉਹਨਾਂ ਨੂੰ ਸਵਾਸਾ ਰੂਪੀ ਪੂੰਜੀ ਜਿਹੜੀ ਬਖਸ਼ੀ ਹੈ। ਔਰ ਮੈਂ ਕਹਿੰਦਾ ਵੀ ਬਿੱਲ ਪਾਵਰ ਲਾਸਟ ਸਵਾਸਾਂ ਤੱਕ ਉਹਨਾਂ ਦੀ ਉਹੀ ਜਿਹੀ ਸੀ। ਔਰ ਇੰਨੀ ਉਮਰ ਹਰੇਕ ਜੀਵ ਨੂੰ ਨਹੀਂ ਮਿਲਦੀ। ਸਭ ਤੋਂ ਵੱਡੇ ਭਾਗ ਨੇ ਉਹਨਾਂ ਦੇ, ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਇੰਨੇ ਸਵਾਸ ਦਿੰਦਾ ਇਸ ਧਰਤੀ ਤੇ ਜਿਉਣ ਲਈ, ਉਹਨਾਂ ਦੇ ਵੱਡੇ ਭਾਗ ਹੁੰਦੇ ਨੇ। ਨਹੀਂ ਤੇ ਮਹਾਰਾਜ ਨੇ ਬਾਣੀ 'ਚ ਲਿਖਿਆ, ਭਾਈ ਜੇ ਰੱਬ ਚਾਹਵੇ ਉਹ ਬਚਪਨ ਵਿੱਚ ਵੀ ਲਿਜਾ ਸਕਦਾ ਹੈ। ਇੱਥੇ ਕਿਸੇ ਦਾ ਜ਼ੋਰ ਨਹੀਂ। ਜੇ ਰੱਬ ਚਾਹਵੇ ਜਵਾਨੀ ਵਿੱਚ ਵੀ ਲਿਜਾ ਸਕਦਾ ਹੈ, ਜੇ ਰੱਬ ਚਾਹਵੇ ਬੁਢਾਪੇ ਵਿੱਚ ਵੀ ਲਿਜਾ ਸਕਦਾ ਹੈ। ਬਾਬਾ ਜੀ ਨੇ ਭੋਗ ਪਾਇਆ, ਆਪਾਂ ਨੂੰ ਬਾਣੀ ਸੁਣਾਈ ਹੈ। 3 ਅਵਸਥਾ, ਬਾਲ, ਜਵਾਨੀ ਔਰ ਬਿਰਧ ਫੁਨ, 3 ਅਵਸਥਾ ਜਾਨ। ਪਰ ਇੱਥੇ ਇੱਕ ਨਿਸ਼ਾਨੀ ਬਾਬਾ ਫਰੀਦ ਜੀ ਨੇ ਸਮਝਾਈ ਹੈ, ਭਾਈ ਜੇ ਬਚਪਨ ਵਿੱਚ ਪਰਮਾਤਮਾ ਦਾ ਸਿਮਰਨ ਕਰ ਲਏ ਤਾਂ ਬੁਢੇਪਾ ਸੌਖਾ ਹੋ ਜਾਊਗਾ। ਗਰੰਟੀ ਦਿੱਤੀ ਹੈ ਮਹਾਰਾਜ ਨੇ ਇਸ ਗੱਲ ਦੀ, ਧਿਆਨ ਨਾਲ ਸੁਣਨਾ। 3 ਅਵਸਥਾਵਾਂ ਨੇ, ਬਚਪਨ, ਜਵਾਨੀ ਤੇ ਬੁਢਾਪਾ। ਇੱਥੇ ਬਾਬਾ ਫਰੀਦ ਜੀ ਨੇ ਇਹ ਗੱਲ ਸਿੱਧ ਕੀਤੀ ਹੈ, ਭਾਈ ਜੇ ਬਚਪਨ ਵਿੱਚ ਜਪ ਲਏ ਜਾਂ ਜਵਾਨੀ ਵਿੱਚ ਜਪ ਲਏ, ਬੁਢਾਪਾ ਸੌਖਾ ਹੋ ਜਾਊਗਾ। ਉਹਨਾਂ ਵਿੱਚੋਂ ਇੱਕ ਸ਼ਖਸ ਸੀ ਮਾਸਟਰ ਮਲਕੀਤ ਸਿੰਘ ਜੀ, ਕਿਉਂਕਿ ਲਾਸਟ ਦਮ ਤੱਕ ਉਹੀ ਜਜ਼ਬਾ, ਉਹੀ ਗੱਲਬਾਤ ਇਹ ਕਿਸੇ ਕਿਸੇ ਜੀਵਾਤਮਾ ਨੂੰ ਮਿਲਦੀ ਹੈ। ਪਰ ਇੱਥੇ ਮਹਾਰਾਜ ਨੇ ਸਮਝਾਇਆ ਪਾਵਨ ਬਾਣੀ ਅੰਦਰ, ਫਰੀਦਾ ਕਾਲੀ ਜਿਨੀ ਨਾ ਰਾਵਿਆ ਧੌਲੀ ਰਾਵੈ ਕੋਏ। ਕਿਉਂਕਿ ਜਦੋਂ ਅਵਸਥਾ ਵੱਧਦੀ ਹੈ, ਸਵਾਸ ਬੀਤਦੇ ਨੇ, ਬੰਦਾ ਬੁਢਾਪੇ ਵੱਲ ਨੂੰ ਜਾਂਦਾ ਹੈ, ਮਹਾਰਾਜ ਕਹਿੰਦੇ ਫਿਰ ਨਾਮ ਜਪਣਾ ਬਹੁਤ ਔਖਾ ਹੋ ਜਾਂਦਾ। ਕਿਉਂ? ਕਿਉਂਕਿ ਸਰੀਰ ਸਾਡਾ ਉਹੋ ਜਿਹਾ ਨਹੀਂ ਰਹਿੰਦਾ, ਸਰੀਰ ਕਮਜ਼ੋਰ ਹੁੰਦਾ ਜਾਂਦਾ ਹੈ ਦਿਨੋਂ ਦਿਨ। ਲਿਖਿਆ ਗੁਰੂ ਤੇਗ ਬਹਾਦਰ ਮਹਾਰਾਜ ਜੀ, ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਔਧ ਬਿਹਾਤ ਹੈ ਫੁੱਟੇ ਘਟ ਜਿਉ ਪਾਣੀ। ਹਰ ਗੁਣ ਕਾਹੇ ਨਾ ਗਾਵੇ ਮੂਰਖ ਗਿਆਨਾ। ਹੇ ਮੂਰਖ ਬੰਦੇ, ਤੇਰੇ ਸਵਾਸ ਘਟਦੇ ਜਾਂਦੇ ਨੇ, ਕਦੇ ਇਸ ਵੱਲ ਝਾਤ ਮਾਰੀ ਹੈ? ਕਦੇ ਤੇਰੇ ਮਨ ਵਿੱਚ ਖਿਆਲ ਆਇਆ ਵੀ ਮੇਰੀ ਉਮਰ ਘਟਦੀ ਜਾਂਦੀ ਹੈ? ਵੈਸੇ ਮਹਾਰਾਜ ਰੋਜ਼ ਸਮਝਾਉਂਦੇ ਨੇ, ਔਧ ਘਟੈ ਦਿਨ ਸਰੈ ਨਾਰੇ, 16 ਸਾਹਿਬ ਜੀ ਦੀ ਬਾਣੀ। ਤੇ ਮਹਾਰਾਜ ਨੇ ਇੱਥੇ ਆਵਾਜ਼ ਮਾਰੀ ਹੈ, ਮਨ ਨੂੰ। ਜਿਹੜਾ ਮਨ ਜਿਹੜਾ ਸਾਰਿਆਂ ਨੂੰ ਘੁਮਾ ਰਿਹਾ ਨਾ, ਜਿਹਨੇ ਚੱਕਰ 'ਚ ਪਾਇਆ, ਤੇ ਮਹਾਰਾਜ ਕਹਿੰਦੇ ਮਨ ਗੁਰ ਮਿਲ ਕਾਜ ਸਵਾਰੇ, ਮੜੀਆਂ ਵਿੱਚ ਜਾਣ ਤੋਂ ਪਹਿਲਾਂ ਰੱਬ ਨੂੰ ਮਿਲ ਲੈ। ਬੜੇ ਐਸੇ ਲਫ਼ਜ਼ ਨੇ ਬਾਣੀ 'ਚ, ਆਪਾਂ ਰਹਿਰਾਸ ਸਾਹਿਬ ਦੀ ਬਾਣੀ ਵਿੱਚ ਰੋਜ਼ ਪੜ੍ਹਦੇ ਹਾਂ। ਗੁਰੂ ਸਾਹਿਬ ਨੇ ਇਸ਼ਾਰਾ ਕੀਤਾ, ਭਾਈ ਹੋਰ ਜਿਹੜੇ ਕੰਮ ਨੇ ਤੇਰੇ ਕਿਸੇ ਲੇਖੇ ਚੱਲੀ ਪੈਣੇ। ਤੈਨੂੰ ਮਨਾ ਨਹੀਂ ਕੀਤਾ, ਕੰਮ ਕਰ, ਘਰ ਦੇ ਕਰਨੇ ਚਾਹੀਦੇ ਨੇ। ਕਿਰਤ ਮੈਂ ਵੀ ਕੀਤੀ ਹੈ, ਬਾਬੇ ਨਾਨਕ ਨੇ ਹਲ ਵਾਹਿਆ। ਪਹਿਲਾ ਸ਼ਬਦ ਉਹਨਾਂ ਦਾ ਸੋਠ ਰਾਗ ਵਿੱਚ ਆਉਂਦਾ ਹੈ, ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਬੇਸ। ਮੈਂ ਤੈਨੂੰ ਮਨਾ ਨਹੀਂ ਕਰਦਾ, ਮਿਹਨਤ ਕਰ, ਪਰ ਇੱਕ ਗੱਲ ਦਾ ਧਿਆਨ ਰੱਖੀ, ਸਵਾਸਾਂ ਨੂੰ ਮਿਹਨਤ ਵੱਲ ਇੰਨਾ ਕੁ ਖਰਚਤ ਨਾ ਕਰ ਲਈ ਕਿ ਰੱਬ ਨੂੰ ਭੁੱਲ ਜਾਏ ਜਿਉਂਦੇ। ਮੇਰੇ ਕੋਲ ਬੜੀ ਜ਼ਮੀਨ ਸੀ, ਮੈਂ ਵੀ ਕਰਤਾਰਪੁਰ ਦੀ ਧਰਤੀ ਤੇ ਖੇਤੀ ਕੀਤੀ ਹੈ, ਪਰ ਇੱਕ ਗੱਲ ਦਾ ਧਿਆਨ ਰੱਖੀ, ਜਿਸ ਕੰਮ ਵਾਸਤੇ ਆਏ ਹਾਂ ਕਿਤੇ ਉਹਨੂੰ ਭੁੱਲ ਨਾ ਜਾਈ। ਪਹਿਲੀ ਗੱਲ ਤਾਂ ਸਾਨੂੰ ਪਤਾ ਹੀ ਨਹੀਂ ਹੁੰਦਾ ਵੀ ਅਸੀਂ ਕੰਮ ਕਿਹੜੇ ਆਏ ਹਾਂ ਸੰਸਾਰ 'ਚ।
ਮਹਾਰਾਜ ਨੇ ਬੜੇ ਲਫ਼ਜ਼ ਬਾਣੀ 'ਚ ਸਾਨੂੰ ਐਸੇ ਦਿੱਤੇ ਨੇ ਤਾਂ ਕਿ ਆਪਾਂ ਨੂੰ ਸਮਝ ਆ ਜਾਏ ਵੀ ਆਪਾਂ ਕਿਸ ਕੰਮ ਵਾਸਤੇ ਆਏ ਹਾਂ। ਰਹਿਰਾਸ ਸਾਹਿਬ ਦੀ ਪਾਵਨ ਬਾਣੀ ਵਿੱਚ ਗੁਰੂ ਸਾਹਿਬ ਨੇ ਫਿਰ ਇਹ ਬੰਦ ਉਚਾਰਨ ਕੀਤਾ ਹੈ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਤਾਂ ਕਿ ਸੰਗਤ ਵਿੱਚ ਆ ਕੇ ਤੇਰਾ ਜਿਹੜਾ ਮਨੋਬਲ ਹੈ ਉਹ ਉੱਚਾ ਹੋ ਜਾਏ। ਤੇ ਇਸ ਕਰਕੇ ਇਹਨਾਂ ਸਵਾਸਾਂ ਦੀ ਕਦਰ ਕਰਨੀ ਹੈ, ਜਿਉਂਦੇ ਜੀ ਮੜੀਆਂ ਵਿੱਚ ਜਾਣ ਤੋਂ ਪਹਿਲਾਂ ਪਹਿਲਾਂ ਉਸ ਪਰਮਾਤਮਾ ਦੇ ਇਹਨਾਂ ਅੱਖਾਂ ਨਾਲ ਦਰਸ਼ਨ ਕਰਨੇ। ਪਰ ਸਤਿਗੁਰੂ ਜੀ ਨੇ ਜਿਹੜਾ ਸ਼ਬਦ ਅੰਦਰ ਫਲਸਫਾ ਦਿੱਤਾ ਹੈ, ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਪਣਾ। ਭਾਈ ਆ ਸਰੀਰ ਰੂਪੀ ਜਿਹੜਾ ਚੋਲਾ ਹੈ ਇਹ ਤੂੰ ਇੱਕ ਦਿਨ ਇੱਥੇ ਛੱਡ ਕੇ ਜਾਣਾ ਹੈ। ਇਹ ਗੱਲ ਯਾਦ ਰੱਖੀ। ਜੇ ਇਹ ਗੱਲ ਮਨ ਵਿੱਚ ਯਾਦ ਰੱਖੇਗਾ ਫਿਰ ਜਿਉਂਦੇ ਜੀ ਤੇਰੇ ਮਨ ਵਿੱਚ ਤਾਂਘ ਬਣ ਜਾਣੀ ਹੈ ਵੀ ਨਹੀਂ, ਮੈਂ ਰੱਬ ਨੂੰ ਮਿਲਣਾ ਹੈ, ਮੈਂ ਜਿਉਂਦੇ ਜੀ ਉਹਦੇ ਦਰਸ਼ਨ ਕਰਨੇ ਨੇ। ਪਰ ਆਪਾਂ ਆਪਣੇ ਸਾਰੇ ਸਵਾਸ ਧੰਦੇ ਵਿੱਚ ਹੀ ਗੁਜ਼ਾਰ ਦਿੰਦੇ ਹਾਂ। ਦਰਸ਼ਨਾਂ ਦੀ ਤਾਂਘ ਮਨ ਵਿੱਚ ਨਹੀਂ ਹੁੰਦੀ। ਉਹ ਬਿਰਲਾ ਜੀਵ ਸੰਸਾਰ ਵਿੱਚ ਹੁੰਦਾ ਹੈ ਜਿਹੜਾ ਰੱਬ ਨੂੰ ਕਹਿੰਦਾ ਹੈ ਮੈਨੂੰ ਦਰਸ਼ਨ ਦੇ, ਮੈਂ ਤੈਨੂੰ ਮਿਲਣਾ ਚਾਹੁੰਦਾ। ਆਪਾਂ ਸਵੇਰੇ ਉੱਠਦੀ ਸਾਰੀ ਧੰਦੇ ਬਾਰੇ ਸੋਚਦੇ ਹਾਂ। ਪਹਿਲੀ ਗੱਲ ਤੇ ਸ਼ਾਮ ਨੂੰ ਸਲਾਹ ਬਣਾ ਲਈਦੀ ਹੈ ਵੀ ਸਵੇਰੇ ਕਿੱਥੇ ਜਾਣਾ ਹੈ। ਪਰ ਇਹ ਰੱਬ ਦਾ ਹੁਕਮ ਹੈ, ਉਹਦਾ ਹੁਕਮ ਬੜਾ ਬੇਅੰਤ ਹੈ। ਮਹਾਰਾਜ ਨੇ ਬਾਣੀ 'ਚ ਫਰਮਾਨ ਲਿਖਿਆ, ਭਾਈ ਚਾਹੀਦਾ ਹੈ, ਹੋਣਾ ਵੀ ਚਾਹੀਦਾ, ਇਹਦੇ ਵਿੱਚ ਮਾੜੀ ਗੱਲ ਨਹੀਂ, ਤਾਂ ਕਿ ਪਬਲਿਕ ਸਾਰੀ ਸੰਗਤ ਖੁਸ਼ ਰਹੇ। ਪਰ ਮਹਾਰਾਜ ਕਹਿੰਦੇ ਉਹ ਕੰਮ ਨਹੀਂ ਕੀਤਾ, ਮਨ ਦੀਆਂ ਹਕੂਮਤਾਂ ਕੀਤੀਆਂ ਹੈ। ਤੇ ਜਦੋਂ ਉਹਦਾ ਮਿਲ ਗਿਆ ਦੂਜੇ ਬੰਦੇ ਕੱਢ ਦਿੱਤੇ, ਆਪਣੇ ਰਖਾ ਦਿੱਤੇ। ਕਹਿੰਦੇ ਇਹ ਗਲਤ ਹੈ, ਇਹ ਕੰਮ ਗਲਤ ਹੈ, ਇੱਥੇ ਤੂੰ ਗਲਤ ਹੋ ਗਿਆ, ਪਰ ਹੁਣ ਤੈਨੂੰ ਇਹ ਪਾਣਾ ਪਏਗਾ, ਭੁਲੇਖੇ ਵਿੱਚ ਨਾ ਰਹੇ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀ ਇਹ ਮਨ ਭਾਵਦੇ, ਰਾਹ ਭੀੜਾ ਅੱਗੇ ਜਾਵਣਾ। ਹੁਣ ਤੰਗ ਰਾਹ ਵਿੱਚੋਂ ਲੰਘਿਆ ਨਹੀਂ ਨਾ ਜਾਂਦਾ, ਰਸਤਾ ਛੋਟਾ ਹੋਵੇ। ਤੇ ਮਹਾਰਾਜਾ ਪੌੜੀ ਵਿੱਚ ਆਖਦੇ ਨੇ ਤੰਗ ਰਾਹ ਵਿੱਚੋਂ ਲੰਘਿਆ ਨਹੀਂ ਜਾਂਦਾ। ਬਿਲਕੁਲ ਇਸੇ ਤਰ੍ਹਾਂ ਉਹ ਜਿਹੜਾ ਰਸਤਾ ਹੈ ਅਕਾਲ ਪੁਰਖ ਦਾ ਭਾਈ ਭੀੜਾ ਹੈ, ਉੱਥੇ ਫਿਰ ਉਸ ਰਸਤੇ ਵਿੱਚੋਂ ਤੇਤੋਂ ਲੰਘਿਆ ਨਹੀਂ ਜਾਏਗਾ। ਹੁਕਮ ਕੀ ਮਨ ਭਾਵਦੇ, ਰਾਹ ਭੀੜਾ ਅੱਗੇ ਜਾਵਣਾ। ਪਰ ਇੱਕ ਗੱਲ ਦਾ ਧਿਆਨ ਰੱਖੀ, ਨੰਗਾ ਦੋਜਕ ਚਾਲਿਆ, ਤਨ ਤੇ ਵਸਤਰ ਕੋਈ ਨਹੀਂ ਹੋਊਗਾ। ਜਦੋਂ ਆਇਆ ਸੀ ਉਦੋਂ ਵਸਤਰ ਕੋਈ ਨਹੀਂ ਸੀ, ਤੇ ਜਦੋਂ ਜਾਏਗਾ ਉਦੋਂ ਖਾਕ ਬਣ ਜਾਣਾ, ਵਸਤਰ ਉਦੋਂ ਵੀ ਨਹੀਂ ਰਹਿਣਾ। ਪਰ ਉਸ ਦੀ ਕਚਹਿਰੀ ਵਿੱਚ, ਉਸ ਦੀ ਦਰਗਾਹ ਵਿੱਚ ਐਸਾ ਸਿਸਟਮ ਹੈ। ਤੇ ਮਹਾਰਾਜ ਕਹਿੰਦੇ ਨੇ ਉਦੋਂ ਤਨ ਤੇ ਕੱਪੜਾ ਨਹੀਂ ਹੋਏਗਾ ਭਾਈ, ਉਦੋਂ ਸਰੀਰ ਹੋਰ ਜਿਹਾ ਹੁੰਦਾ ਹੈ। ਕਿਹੋ ਜਿਹਾ ਹੁੰਦਾ ਹੈ? ਸੂਖਸ਼ਮ ਸਰੀਰ। ਕਿਉਂਕਿ ਮਹਾਰਾਜ ਨੇ ਬਾਣੀ 'ਚ ਸਮਝਾਇਆ ਹੈ, ਗੁਰੂ ਪਿਆਰਿਓ, ਆਹ ਸਰੀਰ ਹੋਰ ਜਿਹਾ ਹੈ ਜਿਹਨੂੰ ਚੱਕ ਕੇ ਘੁੰਮਦੇ ਫਿਰਦੇ ਆ ਚੋਲਾ। ਤੇ ਮਹਾਰਾਜ ਕਹਿੰਦੇ ਉਦੋਂ ਤਾਂ ਬਿਲਕੁਲ ਛੋਟਾ ਜਿਹਾ ਹੁੰਦਾ ਹੈ, ਉਦੋਂ ਸਾਰੀ ਰੀਲ ਪਰਮੇਸ਼ਰ ਦੱਸ ਦਿੰਦਾ ਦਰਗਾਹ ਵਿੱਚ ਵੀ ਆਹ ਕੁਝ ਕਰਕੇ ਆਏ ਆ, ਕਮਾਲ ਦੀ ਸਿਮ ਹੈ ਸਾਡੀ ਬੋਡੀ 'ਚ। ਐਸੀ ਪ੍ਰਮਾਤਮਾ ਨੇ ਕਿਹੜੀ ਸਿਮ ਪਾਈ ਹੈ ਜਿਹੜੀ ਭਗਵਾਨ ਨੂੰ ਪਤਾ ਲੱਗ ਜਾਂਦੀ ਹੈ ਵੀ ਆਹ ਬੰਦਾ ਆਹ ਕਰਮ ਕਮਾ ਕੇ ਆਇਆ। ਮਹਾਰਾਜ ਕਹਿੰਦੇ ਹਾਂ ਭਾਈ। ਇਸੇ ਕਰਕੇ ਲਿਖਣਾ ਪਿਆ ਪੂਰੀ ਬਾਣੀ ਦਾ ਸਾਰ ਜਪਜੀ ਸਾਹਿਬ ਦੇ ਲਾਸਟ ਵਿੱਚ ਵੀ ਇਹ ਕੰਮ ਨਾ ਕਰੀ ਕਿਹੜੇ ਚੰਗਿਆਈਆਂ ਬੁਰਿਆਈਆਂ, ਕਿਉਂ ਉਹਨੇ ਬਚਣੀਆਂ ਨੇ। ਬਾਝੈ ਧਰਮ ਹਦੂਰ, ਕਰਮੀ ਆਪੋ ਆਪਣੀ, ਕੀ ਨੇੜੇ ਕੇ ਦੂਰ। ਪਰ ਕਾਮਯਾਬ ਉਹ ਬੰਦੇ ਹੋਏ ਨੇ ਇਸ ਸਰੀਰਕ ਜਾਮੇ ਵਿੱਚ ਜਿਨ੍ਹਾਂ ਨੇ ਮਸ਼ੱਕਤ ਘਾਲੀ ਹੈ। ਜਿਨੀ ਨਾਮ ਧਿਆਇਆ ਗਏ ਮਸ਼ੱਕਤ ਘਾਲ। ਮਹਾਰਾਜ ਕਹਿੰਦੇ ਫਿਰ ਉਹਨਾਂ ਦੇ ਮੁਖ ਗੁਰੂ ਕੋਲ ਉਜਲੇ ਹੁੰਦੇ ਨੇ, ਚਿੱਟੇ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਹੁਣ ਕਹਿੰਦੇ ਨੇ ਹੁਕਮ ਮਨ ਭਾਉਂਦੇ ਕਰਦਾ ਰਿਹਾ, ਇਹ ਕਿਵੇਂ ਹੋ ਸਕਦਾ ਹੈ ਵੀ ਰੱਬ ਨੂੰ ਪਤਾ ਨਾ ਲੱਗੇ? ਪਰ ਸਾਡੀ ਇੱਕ ਸੰਸਾਰ ਦੀ ਫਿਤਰਤ ਹੈ, ਅਸੀਂ ਇਹ ਚਾਹੁੰਦੇ ਹਾਂ ਸਾਡੇ ਨਾਲ ਕਿਸੇ ਨੇ ਬੁਰਾ ਕੀਤਾ, ਰੱਬਾ ਸਵੇਰੇ ਸਜ਼ਾ ਦੇ। ਆਪਾਂ ਇਸ ਤਰ੍ਹਾਂ ਚਾਹੁੰਦੇ ਹਾਂ, ਅਸੀਂ ਛੇਤੀ ਦੇਖਣਾ ਚਾਹੁੰਦੇ ਹਾਂ। ਮਹਾਰਾਜ ਕਹਿੰਦੇ ਨਹੀਂ, ਇਹ ਖੇਲ ਬਹੁਤ ਲੰਬਾ ਹੈ ਭਾਈ, ਇਸ ਖੇਲ ਨੂੰ ਸਮਾਂ ਲੱਗਦਾ ਹੈ। ਇਸ ਖੇਲ ਨੂੰ ਤੇ ਇੰਨਾ ਸਮਾਂ ਲੱਗਦਾ ਵੀ ਕਈ ਜਨਮ ਵੀ ਲੱਗ ਜਾਂਦੇ ਨੇ। ਇਹ ਅਕਾਲ ਪੁਰਖ ਦੇ ਹੁਕਮ ਵਿੱਚ। ਪਰ ਵੈਸੇ ਕਲਯੁਗ ਦੀ ਇੱਕ ਇਹ ਉਦਾਹਰਨ ਹੈ ਗੁਰੂ ਪਿਆਰਿਓ। ਮਹਾਰਾਜ ਨੇ ਬਾਣੀ ਵਿੱਚ ਵੀ ਪੰਕਤੀ ਲਿਖੀ ਹੈ, ਸਤਿਗੁਰੂ ਜੀ ਆਖਦੇ ਨੇ ਇਹ ਕਰ ਕਰੇ ਸੋ ਇਹ ਕਰ ਪਾਏ। ਕਰ ਦਾ ਅਰਥ ਹੈ ਹੱਥ। ਆਹ ਹੱਥ ਨਾਲ ਕਰ ਤੇ ਆਹ ਹੱਥ ਨਾਲ ਭੁਗਤਣ ਲਈ ਤਿਆਰ ਹੋ ਜਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪੰਕਤੀ, ਇਹ ਕਰ ਕਰੇ ਸੋ ਇਹ ਕਰ ਪਾਏ, ਇੱਕ ਘੜੀ ਮੋਹਤ ਨਾ ਲੱਗਾ। ਕਹਿੰਦੇ ਕਲਯੁਗ ਦਾ ਵਰਤਾਰਾ ਇਹੋ ਜਿਹਾ ਹੈ, ਇਹਦੇ ਵਿੱਚ ਕਰਕੇ ਵੇਖ।
ਬਹੁਤਾ ਸਮਾਂ ਨਹੀਂ ਲੱਗਦਾ, ਨਾਲ ਹੀ ਫਲ ਮਿਲ ਜਾਂਦਾ ਹੈ। ਇਹ ਕਲਯੁਗ ਦਾ ਵਰਤਾਰਾ ਹੈ। ਆਪਾਂ ਕਲਯੁਗ ਵਿੱਚ ਵਿਚਰ ਰਹੇ ਹਾਂ ਗੁਰੂ ਪਿਆਰਿਓ। ਇਹ ਤੋਂ ਪਹਿਲਾਂ ਕਈ ਯੁੱਗ ਆਏ ਨੇ। ਮਹਾਰਾਜ ਨੇ ਆਸਾ ਦੀ ਵਾਰ ਵਿੱਚ ਜ਼ਿਕਰ ਕੀਤਾ ਹੈ। ਦੁਆਪਰ ਆਇਆ, ਤ੍ਰੇਤਾ ਆਇਆ, ਸਤਯੁਗ ਆਇਆ ਤੇ ਆ ਕਲਯੁਗ ਚੱਲਦਾ ਹੈ। ਤੇ ਮਹਾਰਾਜ ਕਹਿੰਦੇ ਕਲਯੁਗ ਦੇ ਜਿੰਨੇ ਸਾਧਨ ਨੇ ਭਾਈ ਅੱਗ ਰੂਪ ਨੇ। ਅੱਗ ਰੂਪ ਹੀ ਹੈ। ਪਤਾ ਥੋੜੀ ਹੈ ਵੀ ਸ਼ਾਮ ਨੂੰ ਘਰ ਜਾਣਾ ਮੁੜ ਕੇ ਕਿ ਨਹੀਂ ਜਾਣਾ। ਇਹ ਅੱਗ ਰੂਪ ਸਾਧਨ ਨੇ। ਤੁਹਾਨੂੰ ਪਤਾ ਹੈ ਪਿੱਛੇ ਜਿਹਾ ਘਟਨਾ ਹੋਈ ਹੈ, ਡਾਕਟਰ ਫੈਮਿਲੀ ਸੀ ਤੇ ਬੱਸ ਨੇ ਟੱਕਰ ਮਾਰੀ, ਨਹਿਰ ਵਿੱਚ ਡਿੱਗ ਗਈ। ਪਤਾ ਨਹੀਂ ਬੰਦਾ ਕਿੰਨੇ ਸਮੇਂ ਦੀ ਆਸ ਰੱਖੀ ਬੈਠਾ ਹੋਊਗਾ ਵੀ ਆਪਾਂ ਨਵੀਂ ਗੱਡੀ ਲਵਾਂਗੇ ਤੇ ਫਿਰ ਘੁੰਮਣ ਜਾਵਾਂਗੇ। ਨਾਲ ਛੋਟੇ ਛੋਟੇ ਬੱਚੇ ਸੀ ਤੇ ਮਹਾਰਾਜ ਕਹਿੰਦੇ ਤੂੰ ਕਿਹੜੀਆਂ ਹਕੂਮਤਾਂ ਪਾਲਦਾ ਫਿਰਦਾ ਹੈ, ਤੈਨੂੰ ਤੇ ਇਹ ਨਹੀਂ ਪਤਾ ਵੀ ਅਗਲਾ ਸਾਹ ਆਏਗਾ ਜਾਂ ਨਹੀਂ। ਹੁਣ ਬੱਚਿਆਂ ਦਾ ਕੋਈ ਕਸੂਰ ਥੋੜੀ ਸੀ, ਬੱਚੇ ਰੱਬ ਦਾ ਰੂਪ ਹੁੰਦੇ ਨੇ। ਤੇ ਇਹਨੂੰ ਮਹਾਰਾਜ ਨੇ ਲਿਖਿਆ ਭਾਈ ਤੂੰ ਤੇ ਹੋਰ ਹੀ ਪਾਸੇ ਜਾਇਆ ਕਰਨਾ ਹੈ, ਤੈਨੂੰ ਸਮਝ ਨਹੀਂ ਆਈ ਰੱਬ ਦੇ ਹੁਕਮ ਦੀ, ਇਹ ਨਹੀਂ ਪਤਾ ਅਗਲੇ ਸਾਹ ਹੈ ਜਾਂ ਨਹੀਂ। ਇਸ ਕਰਕੇ ਹੁਣੇ ਇਹਨਾਂ ਸਾਹਾਂ ਤੋਂ ਕੰਮ ਲੈ ਲੈ, ਜਿਉਂਦੇ ਜੀ ਵਰਤਮਾਨ ਵਿੱਚ ਵਰਤ ਜਾ, ਮਨ ਭਾਂਦੇ ਹੁਕਮ ਨਾ ਕਰਿਆ ਕਰ। ਜਿਵੇਂ ਆਪਾਂ ਆਪਣੇ ਘਰਾਂ ਵਿੱਚ ਕਈ ਵਾਰੀ ਇੱਕ ਦੂਜੇ ਤੇ ਥੋਪ ਦਿੰਦੇ ਆ। ਹੁਕਮ ਕੀ ਹੈ? ਮਨ ਭਾਵ ਦੇ ਰਾਹ ਭੀੜਾ ਅੱਗੇ ਜਾਵਣਾ। ਰੱਬ ਦਾ ਤੰਗ ਰਾਹ ਜਿਹੜਾ ਹੈ ਉਹਦੇ ਵਿੱਚੋਂ ਗੁਜ਼ਰਨਾ ਪੈਂਦਾ ਹੈ। ਹੁਕਮ ਕੀ ਹੈ? ਮਨ ਭਾਵ ਦੇ ਰਾਹ ਭੀੜਾ ਅੱਗੇ ਜਾਵਣਾ, ਨੰਗਾ ਦੋਜ਼ਖ ਕਸਾਲਿਆ। ਉੱਥੇ ਕੱਲੀ ਤੇਰੀ ਜੀਵ ਆਤਮਾ ਹੋਏਗੀ। ਰੱਬ ਦੀ ਸਿਮ ਹੀ ਐਸੀ ਹੈ। ਗੁਰੂ ਅਮਰਦਾਸ ਮਹਾਰਾਜ ਜੀ ਨੇ ਬਾਣੀ ਵਿੱਚੋਂ ਸਿਮ ਦੱਸੀ ਹੈ ਤੇ ਮਹਾਰਾਜ ਗੁਰੂ ਅਮਰਦਾਸ ਆਨੰਦ ਸਾਹਿਬ ਦੀ ਬਾਣੀ ਵਿੱਚ ਸਮਝਾਉਂਦੇ ਨੇ, ਕਹਿੰਦੇ ਰੱਬ ਦੀ ਉਹ ਸਿਮ ਐਸੀ ਹੈ ਉਹਦੇ ਵਿੱਚ ਸਾਰਾ ਕੁਝ ਹੀ ਬੰਦੇ ਦਾ ਆ ਜਾਂਦਾ। ਭੁਲੇਖਾ ਜਿਹਾ ਕੱਢਤਾ ਮਹਾਰਾਜ, ਸਾਡੇ ਮਨ ਦਾ ਭੁਲੇਖਾ ਜਿਹਾ ਕੱਢਤਾ। ਆਪਾਂ ਨੂੰ ਇਹ ਲੱਗਦਾ ਵੀ ਸਾਨੂੰ ਕੋਈ ਦੇਖ ਨਹੀਂ ਰਿਹਾ। ਮਹਾਰਾਜ ਕਹਿੰਦੇ ਰੱਬ ਤੋਂ ਕੁਝ ਨਹੀਂ ਛੁਪਾ ਸਕਦਾ। ਗੌੜੀ ਰਾਗ ਕਤ ਕੀ ਮਾਈ ਬਾਪ ਕਤ ਕੇਰਾ, ਕਿਦੂ ਥਾਵੋ ਆ ਮਾਈ, ਕਿਸ ਥਾਂ ਤੇ ਤੂੰ ਆਇਆ ਤੈਨੂੰ ਪਤਾ ਹੈ? ਸਵਾਲ ਕੀਤਾ ਮਹਾਰਾਜ ਨੇ ਪਹਿਲਾਂ, ਤੈਨੂੰ ਪਤਾ ਇਸ ਗੱਲ ਦਾ ਤੂੰ ਕਿੱਥੋਂ ਆਇਆ? ਆਪਾਂ ਨੂੰ ਕੀ ਪਤਾ ਆਪਾਂ ਕਿੱਥੋਂ ਆਏ? ਤੇ ਮਹਾਰਾਜ ਕਹਿੰਦੇ ਸੁਣ ਰੇ ਤੂੰ ਕੌਣ ਕਹਾਂ ਤੇ ਆਇਓ, ਤੈਨੂੰ ਨਹੀਂ ਪਤਾ। ਏਤੀ ਨਾ ਜਾਣੋ ਕੇਤੀ ਕ ਮੁੱਦਤ, ਮੁੱਦਤ ਦਾ ਅਰਥ ਹੈ ਬਹੁਤ ਜ਼ਿਆਦਾ ਸਮਾਂ ਲੱਗ ਜਾਣਾ। ਮੁੱਦਤਾਂ ਏਤੀ ਨਾ ਜਾਣੋ, ਤੈਨੂੰ ਨਹੀਂ ਪਤਾ। ਕੇਤੀ ਕ ਮੁੱਦਤ, ਪਰ ਤੈਨੂੰ ਇਹ ਵੀ ਨਹੀਂ ਪਤਾ ਤੂੰ ਜਾਣਾ ਕਦੋਂ ਹੈ, ਤੂੰ ਚੱਲ ਕਦੋਂ ਜਾਣਾ ਹੈ। ਉਹਨੇ ਸੋਚਿਆ ਥੋੜੀ ਹੋਏਗਾ ਹੁਣ ਗੱਡੀ ਉਹ ਬੱਸ ਜਿਹੜੀ ਨਹਿਰ 'ਚ ਡਿੱਗੀ ਗੱਡੀ, ਉਹਨੇ ਸੋਚਿਆ ਥੋੜੀ ਹੋਏਗਾ ਵੀ ਸਮਾਂ ਆ ਗਿਆ ਕਿ ਬੰਦਾ ਸੋਚਦਾ ਥੋੜੀ ਹੈ। ਮਹਾਰਾਜ ਕਹਿੰਦੇ ਤੈਨੂੰ ਨਹੀਂ ਫਿਰ ਪਤਾ ਇਸ ਗੱਲ ਬਾਰੇ, ਨਾ ਤੈਨੂੰ ਜਨਮ ਬਾਰੇ ਪਤਾ, ਨਾ ਤੈਨੂੰ ਮੌਤ ਬਾਰੇ ਪਤਾ ਹੈ। ਫਿਰ ਧਿਆਨ ਨਾਲ ਸੁਣ। ਏਤੀ ਨਾ ਜਾਣੋ ਕੇਤੀ ਕ ਮੁੱਦਤ, ਕਿੰਨੀਆਂ ਮੁੱਦਤਾਂ ਦਾ ਤੂੰ ਆਣਾ ਹੈ ਸੰਸਾਰ ਵਿੱਚ ਤੇ ਜਾਣਾ ਹੈ। ਚੱਲ ਤੇ ਖਬਰ ਨਾ ਪਾਇਓ, ਜਦੋਂ ਜਾਊਗਾ ਤੈਨੂੰ ਪਤਾ ਨਹੀਂ ਲੱਗਣਾ ਵੀ ਕਦੋਂ ਚਲਾ ਗਿਆ। ਹੁਣ ਇੱਥੇ ਗੁਰੂ ਸਾਹਿਬ ਨੇ ਜਿਹੜੀ ਬਾਤ ਸਮਝਾਈ ਹੈ ਪੌੜੀ ਵਿੱਚ, ਮਹਾਰਾਜ ਕਹਿੰਦੇ ਨੇ ਪਰ ਉਸ ਰੱਬ ਦਾ ਰਸਤਾ ਬਹੁਤ ਭੀੜਾ ਹੈ, ਉਹਨੂੰ ਸਾਰੀ ਤੇਰੀ ਰੀਲ ਪਤਾ ਲੱਗ ਜਾਏਗੀ। ਇਹ ਸਰੀਰਾ ਮੇਰਿਆ इस जग में आए क्या तुद कर्म कमाया, वो तेरा नोट होएगा कि कर्म कमाया तुद शरीरा, जा तू जग में आया जिन हर तेरा रचन रचिया, जिन्हें पैदा किया ना तेन तै उन्होंने याद ही नहीं किया जिउंदे जी, सो हर मन ना बसाया, उन्होंने याद नहीं किया। तू मन पांदे हुक्म कीते ने, हुण तैयार हो जा, राह भीड़ा अगे जावना, नंगा दोजक चालिया तो दिसै खरा डरावना। फिर तू डरना है उत्थे, फिर तू डरेगा जो रब ने तेनू रील दिखा दी भी आ कुछ करके मैं आया, दिखाउंदा है रब। इनू बाबा फरीद जी ने ना सलोकां विच लिखिया, रब दिखाउंदा है। इस करके जिउंदे जी लेख चंगे लिखी, माड़ा ना लिखी, माड़ा लेख ना लिखी, ध्यान रखी। लेख चंगे लिखदा जावी, जे चंगे लेख लिखता गया तो दरगाह विच सौखा होगा, तेनू मान प्राप्त होगा। उन्हां विचों एक सी मास्टर मलकीयत सिंह जी। क्यों? रब ने प्रॉपर्टी दी, रब ने औलाद दी, सारा कुछ दिता है। ये कर्मां वालियां नूं मिलदा है। शुक्र करिया करिए महाराज दा। आपां सुखमनी साहिब च पढ़दे आ, सो क्यों विसरिया उहनूं ना भुल, जिन सब कुछ दिया सारियां नूं थोड़ी इन्नी जमीन मिलदी किते। गुरु प्यारिओ ਆਪਾਂ ਨੰਗਲ ਤੋਂ ਆਏ ਹਾਂ क्योंकि मेरी ड्यूटी है उत्थे गुरुद्वारा साहब ਵਿੱਚ। ਅਸੀਂ ਦੇਖਦੇ ਕਈ ਵਾਰੀ ਜਦੋਂ ਪਾਰ ਨੰਗਲ ਨੂੰ ਜਾਈਦਾ ਨਾ, ਨਹਿਰ ਦੇ ਕੰਢੇ ਗੰਦਗੀ ਵਿੱਚ ਲੋਕ ਜੀ ਰਹੇ ਨੇ। ਸਰੀਰ ਹੈ ਮਨੁੱਖਾ ਦੇ ਹੀ ਹੈ। ਜਿੱਥੋਂ ਆਪਾਂ ਰੁਮਾਲ ਨਾਲ ਮੂੰਹ ਢੱਕ ਕੇ ਲੰਘਦੇ ਆ ਨਾ, ਉਹਨਾਂ ਲੋਕਾਂ ਦਾ ਜੀਵਨ ਸਾਰਾ ਉਮਰ ਉੱਥੇ ਬੀਤ ਗਈ। ਸਾਨੂੰ ਮਹਾਰਾਜ ਨੇ ਸਾਰੇ ਸੁੱਖ ਦਿੱਤੇ ਨੇ। ਇੱਥੇ ਰੱਬ ਸਮਝਾਉਂਦਾ ਹੈ ਇਹਨਾਂ ਦਾਤਾਂ ਦਾ ਸ਼ੁਕਰਾਨਾ ਕਰਿਆ ਕਰ ਬੰਦਿਆ। ਸੁਖਮਨੀ ਸਾਹਿਬ ਵਿੱਚ
ਸਾਰਿਆਂ ਨੂੰ ਇੰਨੀ ਲੰਬੀ ਉਮਰ ਨਹੀਂ ਮਿਲਦੀ, ਪਰ ਕਿਤੇ ਇਹ ਵੀ ਭੁਲੇਖੇ ਵਿੱਚ ਨਾ ਰਹੀ ਮੇਰੇ ਕੋਲ ਔਲਾਦ ਹੈ, ਮੇਰੇ ਕੋਲ ਧਨ ਦੌਲਤ ਹੈ, ਮੇਰੇ ਕੋਲ ਉਮਰ ਹੈ, ਪਰ ਜੇ ਇਹਨਾਂ ਸਵਾਸਾਂ ਨੂੰ ਪ੍ਰਮਾਤਮਾ ਦੇ ਨਾਮ ਵਿੱਚ ਨਾ ਲਾਇਆ ਨਾ, ਤਾਂ ਫਿਰ ਐਵੇਂ ਭੁਲੇਖੇ ਵਿੱਚ ਨਾ ਰਹੀ, ਜਿਵੇਂ ਆਇਆ ਨਾ ਉਵੇਂ ਜਾਏਗਾ। ਇੱਥੇ ਹੁਣ ਲਾਸਟ ਵਾਲੇ ਬੰਦ ਵਿੱਚ ਗੁਰੂ ਸਾਹਿਬ ਨੇ ਸਮਝਾਇਆ ਹੈ, ਇਸ ਗੱਲ ਦਾ ਧਿਆਨ ਰੱਖੀ, ਭਾਵੇਂ ਦੇਹੀ ਮਨੁੱਖਾਂ ਵਾਲੀ ਮਿਲੀ ਹੈ, ਪਰ ਕਈ ਵਾਰੀ ਰੱਬ ਦੀਆਂ ਦਾਤਾਂ ਨਹੀਂ ਮਿਲਦੀਆਂ। ਅਸੀਂ ਦੇਖਦੇ ਹਾਂ ਗੁਰਦੁਆਰਾ ਸਾਹਿਬ ਵਿੱਚ ਨਾ ਕਈ ਵਾਰ ਗੁਰੂ ਪਿਆਰੋ 10-10 15-15 ਸਾਲ ਹੋ ਜਾਂਦੇ ਨੇ, ਔਲਾਦ ਨਹੀਂ ਹੁੰਦੀ, ਦੁਨੀਆ ਅਰਦਾਸਾਂ ਕਰਾਉਂਦੀ ਫਿਰਦੀ ਹੈ। ਇਹ ਰੱਬ ਦੀਆਂ ਦਾਤਾਂ ਨੇ, ਪਰ ਅੱਜ ਉਹ ਆਪਣੀ ਫੁਲਵਾੜੀ ਵਿੱਚੋਂ ਗਏ ਨੇ, ਕਿਉਂਕਿ ਪੱਕੇ ਹੋਏ ਫਲ ਨੇ ਟੁੱਟਣਾ ਹੀ ਹੈ ਗੁਰੂ ਪਿਆਰੇ, ਰੱਬ ਦਾ ਵਿਧਾਨ ਹੈ। ਮੈਂ ਕਈ ਵਾਰ ਸੋਚਦਾ ਹੁੰਦਾ ਵੀ ਮਹਾਰਾਜ ਦੇ ਸਾਹਿਬਜ਼ਾਦੇ ਦੇਖੋ ਛੋਟੀ ਉਮਰ ਵਿੱਚ ਮੌਤ ਨੂੰ ਵਿਆਹ ਲਿਆ ਹੈ। ਸਾਡੇ ਤੇ ਭਾਗ ਅੱਛੇ ਨੇ, ਸਾਡੀ ਕਿਸਮਤ ਕਿੰਨੀ ਲੱਕੀ ਹੈ, ਰੱਬ ਨੇ ਆਪਾਂ ਨੂੰ ਇੰਨੇ ਸਵਾਸ ਦਿੱਤੇ ਨੇ। ਤੇ ਮਹਾਰਾਜ ਕਹਿੰਦੇ ਫਿਰ ਇਹਨਾਂ ਸਵਾਸਾਂ ਦੀ ਕਦਰ ਕਰਿਆ ਕਰ, ਇਹਨਾਂ ਸਵਾਸਾਂ ਨੂੰ ਪ੍ਰਮਾਤਮਾ ਦੇ ਨਾਮ ਵਿੱਚ ਲਾ ਲੈ, ਤੇਰਾ ਸਾਰਾ ਕੁਝ ਸੌਖਾ ਹੋ ਜਾਊਗਾ। ਕਿਉਂ? ਜਿਵੇਂ ਜਿਵੇਂ ਉਮਰ ਬੀਤਦੀ ਜਾਂਦੀ ਹੈ ਨਾ, ਇਹ ਦਾੜੀ ਚਿੱਟੀ ਹੋ ਜਾਣੀ ਹੈ, ਫਿਰ ਤੈਨੂੰ ਬਿਮਾਰੀਆਂ ਲੱਗਣੀਆਂ ਸ਼ੁਰੂ ਹੋ ਜਾਣੀਆਂ, ਨਾਮ ਨਹੀਂ ਤੇਤੋਂ ਜਪਿਆ ਜਾਣਾ। ਜਵਾਨੀ ਵਿੱਚ ਤਾਂ ਜਪ ਕੇ ਵੇਖ, ਲਿਖਿਆ ਬਾਬਾ ਫਰੀਦ ਜੀ ਨੇ, ਕਾਲੀ ਜਿੰਨੀ ਦਾ ਰਾਵਿਆ ਧੌਲੀ ਰਾਵੈ ਕੋਏ, ਧੌਲੀ ਹੋਈ ਤੇ ਨਹੀਂ ਫਿਰ ਜਪ ਹੁੰਦਾ। ਜਵਾਨੀ ਵਿੱਚ ਜਪ ਕੇ ਦੇਖ, ਕਿਉਂ? ਉਦੋਂ ਸਰੀਰ ਤਕੜਾ ਹੁੰਦਾ। ਕਰ ਸਾਈਂ ਸਿਓ ਪਿਰਹੜੀ ਰੰਗ ਨਵੇਲਾ ਹੋਏ, ਕਹਿੰਦੇ ਨਾਮ ਦਾ ਰੰਗ ਚੜ ਜਾਂਦਾ, ਬੁਢਾਪਾ ਸੌਖਾ ਹੋ ਜਾਊਗਾ। ਬੜੀ ਪਿਆਰੀ ਮੌਤ ਹੋਈ ਹੈ, ਇਸ ਮੌਤ ਨੂੰ ਬੜੇ ਬੜੇ ਦੇਵੀ ਦੇਵਤੇ ਤਰਸਦੇ ਨੇ। ਐਸੀ ਮੌਤ ਭਾਈ ਸਾਹਿਬ ਭਾਈ ਬਲਕੀਤ ਸਿੰਘ ਦੀ ਹੋਈ ਹੈ। ਗੁਰੂ ਪਿਆਰਿਓ, ਇਹ ਅਰਦਾਸ ਆਪਾਂ ਵੀ ਆਪਣੀ ਕਰਨੀ ਹੈ, ਮਹਾਰਾਜ ਸੌਖੀ ਲੈ ਜੀ। ਪਰ ਮਹਾਰਾਜ ਕਹਿੰਦੇ ਭਾਈ ਜਵਾਨੀ ਕਿੱਥੇ ਲੰਘਾ ਦਿੱਤੀ, ਬਚਪਨ ਕਿੱਥੇ ਲੰਘਾ ਦਿੱਤਾ ਹੈ, ਹੁਣ ਸੌਖਾ ਕਿਵੇਂ ਜਾਏਗਾ? ਮਨ ਭਾਂਦੀਆਂ ਹਕੂਮਤਾਂ ਕਰਦਾ ਰਿਹਾ, ਹੁਣ ਸੌਖਾ ਤੋੜੀ ਜਾਏਗਾ, ਹੁਣ ਤੇ ਔਖਾ ਹੋਏਗਾ। ਤੇ ਇੱਥੇ ਸਤਿਗੁਰੂ ਜੀ ਨੇ ਜਿਹੜੀ ਪੰਕਤੀ ਲਾਸਟ ਵਾਲੀ ਵਰਤੀ ਹੈ, ਉਦੋਂ ਜੀਵ ਆਤਮਾ ਕਹਿੰਦੇ ਕੱਲੀ ਹੁੰਦੀ ਹੈ। ਨੰਗਾ ਦੋਸਤ ਚਾਲਿਆ ਤਾਂ ਦਿਸੈ ਖਰਾ ਡਰਾਵਣਾ, ਤੂੰ ਆਪਣਾ ਰੂਪ ਦੇਖ ਕੇ ਹੀ ਡਰਨਾ ਹੈ। ਕਰ ਔਗਣ ਪਛੋਤਾਵਣਾ, ਫਿਰ ਪਛਤਾਏਗਾ, ਫਿਰ ਸਵਾਸ ਤੇਰੇ ਹੱਥ ਵਿੱਚ ਨਹੀਂ ਰਹਿਣੇ। ਇਹਨੂੰ ਗੌੜੀ ਰਾਗ 'ਚ ਮਹਾਰਾਜ ਨੇ ਲਿਖਿਆ ਹੈ, ਸ਼੍ਰੀ ਰਾਮ ਨਾਮਾ ਉਚਰ ਮਨਾ ਆਗੇ ਜਮ ਦਲ ਬਿਖਮ ਘਣਾ। ਕਿਉਂ? ਤੂੰ ਜਮਾਂ ਦੇ ਬੱਸ ਵਿੱਚ ਪੈਣਾ ਹੈ ਬੰਦਿਆ, ਤੈਨੂੰ ਜਮ ਲੈਣ ਵਾਸਤੇ ਆਣਗੇ, ਤੂੰ ਜਮਾਂ ਦੇ ਬੱਸ ਵਿੱਚ ਪੈ ਜਾਣਾ ਹੈ। ਜਮਾਂ ਤੋਂ ਬਚਣ ਵਾਸਤਾ ਇੱਕੇ ਤਰੀਕਾ ਹੈ, ਉਹ ਪਰਮੇਸ਼ਰ ਦੀ ਬਾਣੀ ਹੈ ਜਿਹੜੀ ਤੈਨੂੰ ਬਚਾ ਸਕਦੀ ਹੈ। ਕਿਉਂ? ਪਰਮੇਸ਼ਰ ਦਾ ਸ਼ਬਦ ਜਿਹੜਾ ਬੰਦੇ ਦੇ ਨਾਲ ਚੱਲਦਾ ਹੈ ਭਾਈ, ਇਹਨੂੰ ਕੋਈ ਚੋਰ ਚੁਰਾ ਨਹੀਂ ਸਕਦਾ, ਇਹਨੂੰ ਪਾਣੀ ਡੋਬ ਨਹੀਂ ਸਕਦਾ, ਇਹਨੂੰ ਅੱਗ ਸਾੜ ਨਹੀਂ ਸਕਦੀ। ਮਹਾਰਾਜ ਨੇ ਬਚਨ ਲਿਖਿਆ ਫਿਰ ਬਾਣੀ ਵਿੱਚ, ਤਾਂ ਕਿ ਸਾਡੇ ਮਨ ਦਾ ਬਲਬਲਾ ਭੁਲੇਖਾ ਦੂਰ ਹੋ ਜਾਏ। ਸਤਿਗੁਰੂ ਜੀ ਆਖਦੇ ਨੇ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਏ ਨਾ ਸਾਕੈ ਜਾਲੇ, ਇਹਨੂੰ ਅਗਨੀ ਸਾੜ ਨਹੀਂ ਸਕਦੀ। ਇਹ ਬਚਨ ਉੱਥੇ ਸਹਾਈ ਹੁੰਦਾ ਹੈ। ਵੈਸੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਸੁਖਮਨੀ ਸਾਹਿਬ ਦੇ ਅੰਦਰ ਵੀ ਇਹ ਪੰਕਤੀ ਲਿਖੀ ਹੈ, ਜੈ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ, ਜੇ ਮਹਾ ਭਿਆਨ ਦੂਤ ਜਮ ਦਲੈ। ਤੂੰ ਜਮਾਂ ਦੇ ਬਸ ਪੈਣਾ ਹੈ, ਤੂੰ ਦਲਿਆ ਜਾਏਗਾ। ਜੇ ਮਹਾ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰਾ ਚਲੇ। ਸੰਗ ਦਾ ਅਰਥ ਨਾਲ ਇਹ ਨਾਮ ਫਿਰ ਉੱਥੇ ਸਹਾਈ ਹੁੰਦਾ। ਕਿਉਂ? ਮਹਾਰਾਜ ਕਹਿੰਦੇ ਜਿਵੇਂ ਆ ਪੰਜ ਭੂਤਕ ਸਰੀਰ ਹੈ ਨਾ, ਰੱਬ ਫੇਰ ਦੁਬਾਰਾ ਬਣਾ ਕੇ ਤੋੜ ਦਿੰਦਾ ਹੈ। ਆਪਾਂ ਦੇਖੀਏ ਨਾ, ਮੈਂ ਇੱਕ ਐਗਜ਼ਾਮਪਲ ਦੇਣ ਲੱਗਿਆ, ਆ ਜਿਹੜੀ ਪਲਾਸਟਿਕ ਜਾਂਦੀ ਹੈ ਨਾ, ਕੁਆੜ ਵਾਲਾ ਲੈ ਕੇ ਜਾਂਦਾ ਹੈ, ਇਹ ਜਦੋਂ ਫੈਕਟਰੀ 'ਚ ਜਾਂਦੀ ਹੈ ਨਾ, ਢਾਲ ਕੇ ਨਵੀਆਂ ਕੁਰਸੀਆਂ ਬਣਾ ਕੇ ਦੇ ਦਿੰਦੇ ਨੇ। ਇਸੇ ਤਰ੍ਹਾਂ ਲੋਹਾ ਹੈ। ਮਹਾਰਾਜ ਕਹਿੰਦੇ ਬਾਣੀ ਵਿੱਚ ਗੁਰੂ ਸਾਹਿਬ ਨੇ ਐਗਜ਼ਾਮਪਲ ਦਿੱਤੀ, ਭਾਈ ਜਿਹੜੇ ਤੱਤ ਤੋਂ ਜਿਹੜੀ ਚੀਜ਼ ਬਣਦੀ ਹੈ ਉਹ ਦੁਬਾਰਾ ਫੇਰ ਬਣ ਕੇ ਆ ਜਾਂਦੀ ਹੈ। ਲੋਹਾ ਜਾਂਦਾ ਹੈ, ਬੜੀ ਬੜੀ ਫੈਕਟਰੀ ਵਿੱਚ ਢਾਲ ਕੇ ਦੁਬਾਰਾ ਫੇਰ ਲੋਹੇ ਦੇ ਪੁਰਜੇ ਬਣਾ ਕੇ ਭੇਜ ਦਿੰਦੇ ਨੇ। ਬਿਲਕੁਲ ਤੇਰੇ ਸਮਝ 'ਚ ਨਹੀਂ ਗੱਲ ਆਈ। ਆਹ ਪੰਜ ਭੂਤਕ ਸਰੀਰ ਵੀ ਇਸੇ ਤਰ੍ਹਾਂ ਹੈ। ਇਹ ਰੱਬ ਦਾ ਹੁਕਮ ਹੈ, ਜੀਵ ਆਤਮਾ ਮਰਦੀ ਨਹੀਂ। ਇਹ ਆਤਮਾ ਇੰਨੀ ਬਲਵਾਨ ਹੈ, ਇਹਨੇ ਪਰਮਾਤਮਾ ਵਿੱਚ ਜਾਣਾ। ਇਹਦਾ ਪਤੀ ਹੈ ਪਰਮਾਤਮਾ, ਜਿਵੇਂ ਦੁਨਿਆਵੀ ਰਿਸ਼ਤਾ ਹੈ ਨਾ ਪਤੀ ਤੇ ਪਤਨੀ ਦਾ, ਇਹ ਜੀਵ ਆਤਮਾ ਉਸ ਪਰਮਾਤਮਾ ਵਿੱਚ ਜਾਏਗੀ। ਪਰ ਪਰਮਾਤਮਾ ਉਸ ਜੀਵ ਆਤਮਾ ਨੂੰ ਐਕਸੈਪਟ ਕਰਦਾ ਹੈ ਜਿਹੜੀ ਜਿਉਂਦੇ ਜੀ ਭਗਵਾਨ ਦੇ ਨਾਮ ਵਿੱਚ ਰਚੀ ਰਹਿੰਦੀ ਹੈ, ਜਿਹਨੇ ਸਵਾਸ ਸਵਾਸ ਰੱਬ ਨੂੰ ਯਾਦ ਕੀਤਾ ਹੈ। ਇੱਕ ਸ਼ਬਦ ਹੋਰ ਰਹਿਰਾ ਸਾਹਿਬ 'ਚ ਆਪਾਂ ਪੜ੍ਹਦੇ ਹਾਂ, ਮਹਾਰਾਜ ਕਹਿੰਦੇ, ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ।
फिर जमा के बस में पै जाएगी। फिर ये नहीं पता इस जीव आत्मा को गुरु साहब ने किहड़े भांडे में फिट कर देना, जिवें लोहा लोहे में किया जाता है। क्यों? ये पंज भूतक शरीर है, ये एक भी तत्त गैब हो जाए बंदे की डैथ हो जाती है। तुसीं सारे सियाणे बैठे हो, गर्मियों के दिन है, कितने बच्चे का पानी मुक जाए ना बॉडी का, सिर्फ एक तत्त गैब हो जाए चों, तो महाराज कहते बंदा डैड हो जाता है, पानी निकल जाए ना बॉडी चो। इसका मतलब महाराज ने कैसा ढांचा बनाया है। तो सतगुर आखते ने भाई हवा निकल जाए तो बंदे का डैड हो जाता है। इस तरह सतगुरु जी ने पंजा तत्तां नूं इकट्ठे करके रखे है। ये उस रब की खेड है, उस अकाल पुरख की ये बख्शिश है जिन्हें शरीर नूं इहो जे भांडे नूं ढांचे नूं तैयार किया है। तो महाराज कहते फिर जो दोबारा बन के आएगा ना, फिर तेनों नहीं पता महाराज ने ढांचा किहो जिहा देना। इस करके भाई इस गल का ध्यान रखी। नंगा दोजक चालिया तो दिसै खरा डरावना, तू अपना रूप देखेगा कर औगण पछोतावना। फिर औगण क्यों करते हैं? बाबा फरीद जी कहते हैं फिर क्यों माड़े लेख लिखते हैं? फिर माड़े लिखना लेख फरीदा काले लिखना लेख, अपने गिरबान में सिर नीवा कर देख। मैनू याद है क्योंकि असी मास्टर जी को पढ़े ने, 98-99 दी गल्लां ने, चनौली स्कूल में असी उन्होंने को पढ़े ने। बहुत वधिया सुभाअ सी। इहो जी लाइफ बहुत घट इंसानों को मिलती है गुरु प्यारिओ। क्यों? अपने घर के काम पूरे करके जाके फिर बच्चों को पढ़ाना है, और टाइम वेस्ट नहीं किया उन्होंने। ये ज़्यादा रह जांदियां ने इंसान दियां, उन्होंने कमाए हुए सच्चे गुण बोलते हैं। आप उन्होंने गुणों तो सेध लैनी है, आप गुण इकट्ठे करने ने जिंदगी में। घर का काम करके खेतीबाड़ी करके फिर भी जाके बच्चों को पढ़ाना है। और बड़ा बलापड़ा सुभाअ सी, क्योंकि मेरे तो बाद श्रद्धांजलियां भी देनियां ने एक दो, तो इस करके उन्होंने गुणों बारे भी दसिया जाएगा। गुरु प्यारिओ चंगे गुण धारण करने लई रब ने सानू संसार च भेजिया है, माड़े गुणों को छड्डना है। तो महाराज कहते चंगे गुण धारण करने ने। तो सतगुरु जी ने इत्थे लास्ट वाले बंद में जिहड़ी गल समझाई है, फिर माड़े लेख ना लिखी, क्योंकि उहदी कचहरी विच दरगाह विच जाके माड़े लेखां का हिसाब होंदा है। लिखिया बाबा फरीद जी ने, फरीदा काले लिखना लेख अपने गिरबान में सिर नीवा कर देख। आओ गौड़ी राग का शब्द है, श्री राम नामा उच्चर मना आगे जम दल बिखम घड़ा। क्योंकि बंदे ने जमा के बस पैना है। इस करके गुरु नानक देव साहब महाराज का शब्द है, ये गुरु नानक साहब महाराज ने समझाई है गल, तू जमा दे बस पैना, तेरे को इको एक दवाई है, वो है भगवान का नाम। यदि रहाओ वाली पंक्ति जी शब्द की है, वो है श्री राम नामा उच्चर मना। ये मेरे मन उस भगवान का नाम उचार इस रसना तो। क्यों? आगे जम दल बिखम घटा, तू जमा दे बस में पैना है। उन्होंने तो इको एक चीज़ बचा सकती है, वो परमेश्वर की बाणी है। तो महाराज ने दसिया क्यों? ये जीव आत्मा भाई कली है, ये मगर 5 बंदे लगे ने, 5 ये मगर लगे ने, ये कली नूं ढा लेंदे ने। आप आनंद साहिब च पढ़ते हैं ना, 5 दूत तुद बस कीते काल कंटक मारिया। महाराज कहते इस जीव आत्मा को इन्हां 5 ने ढा लेना है। किवें ढा लेंदे भला? ये भी एग्जाम्पल आप संसार च देखते हैं भी 5 किवें ढा लेंदे ने। आ पिछे जो है ना 2-3 दिन की गल है गुरु प्यारिओ, क्रोध ऐसा बलवान है इन्हां 5 विच, जो गुस्सा आउंदा ना बंदे। अब 2-3 दिन की गल है, 8 साल तो जनानी अपने पेके घर च रह रही सी, ते 8 साल बाद पति जाता है, पिस्टल लैके सीधी गोली मारता है। महाराज कहते बस एवें ढा लेंदा है, ये इन्ना पावरफुल है, ये एवें ढा लेंदा क्रोध, तो जाके गोली मारदा, उसके बाद अपने गोली मार लेंदा। महाराज कहते इनू क्रोध कहते हैं। इस तरह लोभ है, इस तरह काम है, इस तरह मोह है, इस तरह हंकार है, जो सब तो बलवान है। हंकार में जाके बंदा मरदा, हमेशा एवें नहीं मरदा। तो सतगुर आखते ने फिर इसकी दवाई पता किहड़ी है? इसकी दवाई है परमेश्वर का नाम। जदों इसकी दवाई लवांगे, इन्होंने 5 ने कंट्रोल में आना शुरू हो जाना है, तो बंदे नूं समझ आ जानी है कि जिंदगी किस काम करके मिली है। ज्ञान हो जाएगा भी इन्हां 5 ने किवें कंट्रोल च होना है। वो गल गुरु नानक साहब महाराज ने गौड़ी राग में लिखी है। आओ अपन सुतियां बिरतियां नूं काकर करके गुरु नानक साहब महाराज का पावन शब्द गाने का जतन करते हाँ। श्री राम नामा उच्चर मना आगे जम दल बिख मकड़ा अबर पंचम एक जना, क्यों रखो घर बार मना। कहते इस करके इस घर में बचा लै जिउंदे जी।
ਆ ਘਰ ਨੂੰ ਬਚਾ ਲੈ। ਜਿਵੇਂ ਦੁਨਿਆਵੀ ਘਰ ਵਿੱਚ ਚੋਰੀ ਨਹੀਂ ਹੋ ਜਾਂਦੀ। ਮੈਂ ਇੱਕ ਦਿਨ ਪੜ੍ਹ ਰਿਹਾ ਸੀ, ਸ਼ਾਇਦ ਇਸੇ ਨਗਰ ਦੀ ਗੱਲ ਹੈ, ਕੋਈ ਚੋਰੀ ਹੋਈ ਹੈ, ਪਤਾ ਨਹੀਂ ਲੱਗਿਆ, ਪਿੱਛੋਂ ਸੰਨ ਲੈ ਕੇ ਚਲ ਗਏ। ਇਸ ਪਿੰਡ ਦੀ ਉਹ ਗੱਲ ਹੈ, ਮੈਨੂੰ ਲੱਗਦਾ ਪੇਪਰ 'ਚ ਆਈ ਸੀ। ਗੁਰੂ ਪਿਆਰਿਓ, ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਹ ਗੱਲ ਸਮਝਾਈ ਹੈ, ਧਿਆਨ ਨਾਲ ਸੁਣਿਓ, ਬੜਾ ਪਿਆਰਾ ਸ਼ਬਦ ਹੈ। ਮਹਾਰਾਜ ਕਹਿੰਦੇ ਦੁਨਿਆਵੀ ਪਦਾਰਥ ਤੇ ਬੰਦਾ ਚੁਰਾ ਕੇ ਲੈ ਜਾਊਗਾ, ਕੋਈ ਗੱਲ ਨਹੀਂ, ਦੁਬਾਰਾ ਫੇਰ ਬਣ ਜਾਂਦੇ ਨੇ, ਜਾਨ ਬਚ ਗਈ ਐਡੀ ਵੀ ਕੋਈ ਗੱਲ ਨਹੀਂ। ਕਈ ਵਾਰ ਤੇ ਚੋਰ ਮਾਰ ਵੀ ਜਾਂਦੇ ਨੇ ਬੰਦੇ ਨੂੰ, ਉੱਥੇ ਕੀ ਫੜ ਲੈਣਗੇ। ਇੱਕ ਘੋੜਾ ਹੀ ਲੱਭਣਾ ਮਾੜਾ ਜਿਹਾ, ਖਤਮ ਹੋ ਜਾਂਦਾ ਕੰਮ। ਪਰ ਸਤਿਗੁਰੂ ਜੀ ਆਖਦੇ ਨੇ, ਭਾਈ ਇਸ ਘਰ ਦਾ ਧਿਆਨ ਰੱਖੀ, ਆਹ ਘਰ ਤੇਰੇ ਕੋਲ ਸਦਾ ਨਹੀਂ ਰਹਿਣਾ। ਇਸ ਘਰ ਨਾਲ ਤੂੰ ਦੁਨਿਆਵੀ ਘਰ ਬਣਾਉਣਾ ਹੈ, ਇਹਨਾਂ ਹੱਥਾਂ ਨਾਲ ਦੁਨਿਆਵੀ ਘਰ ਬਣਾਉਣਾ ਹੈ। ਆਹ ਘਰ ਜਿਹੜਾ ਤੇਰਾ ਪੈਸੇ ਕਮਾਉਣ ਵਾਲਾ, ਇਹਨੇ ਸਦਾ ਤੇਰੇ ਕੋਲ ਨਹੀਂ ਰਹਿਣਾ। ਇਸ ਘਰ ਨੂੰ ਬਚਾ ਲੈ। ਜਿਉਂਦੇ ਜੀ ਪੰਜੇ ਵਿਕਾਰ ਇਸ ਘਰ ਨੂੰ ਲੁੱਟ ਰਹੇ ਨੇ ਰੋਜ਼। ਸਮਝ ਗੱਲ, ਤੇਰੀ ਸਮਝ 'ਚ ਆ ਜਾਊਗੀ। ਤੇ ਮਹਾਰਾਜ ਕਹਿੰਦੇ ਇਸ ਘਰ ਨੂੰ ਬਚਾ ਲੈ, ਤੂੰ ਸਫਲ ਹੋ ਜਾਊਗਾ, ਤੇਰੀ ਯਾਤਰਾ ਸਫਲ ਹੋ ਜਾਊਗੀ ਸੰਸਾਰ ਤੇ ਆਈ ਹੋਈ। ਪਾਤਸ਼ਾਹ ਇਸ ਘਰ ਨੂੰ ਕਿਵੇਂ ਬਚਾਈਏ? ਮਹਾਰਾਜ ਕਹਿੰਦੇ ਇਹ ਕੱਲਾ ਹੈ, ਇਹ ਜੀਵ ਆਤਮਾ ਕੱਲੀ ਹੈ, ਇਹਦੇ ਮਗਰ ਪੰਜ ਲੱਗੇ ਨੇ। ਪੰਜ ਬੰਦੇ ਇੱਕ ਬੰਦੇ ਨੂੰ ਢਾ ਲੈਂਦੇ ਨੇ, ਕੱਲਾ ਬੰਦਾ ਕੁਝ ਨਹੀਂ ਕਰ ਸਕਦਾ। ਅਵਰ ਪੰਚ ਹਮ ਏਕ ਜਨਾ, ਜਿੰਦ ਕੱਲੀ ਹੈ। ਹੁਣ ਕਿਵੇਂ ਬਚਾਈਏ ਘਰ? ਕਿਉਂ ਰਾਖੂ ਘਰ ਬਾਰ ਮਨਾ? ਕਰਦੇ ਕੀ ਨੇ ਪੰਜੇ? ਮਾਰੇ ਲੁੱਟੇ ਨੀਤ ਨੀਤ, ਰੋਜ਼ ਲੁੱਟਦੇ ਨੇ। ਕਿਸ ਆਗਿਆ ਕਰੀ ਪੁਕਾਰ ਜਨਾ। ਤੇ ਮਹਾਰਾਜ ਕਹਿੰਦੇ ਹੁਣ ਪੁਕਾਰ ਪਤਾ ਕਿਹਦੇ ਅੱਗੇ ਕਰਨੀ ਹੈ? ਉਸ ਪਰਮੇਸ਼ਰ ਅੱਗੇ ਜਿਹਦੀ ਇਹ ਬਾਣੀ ਹੈ। ਇਹ ਜਿੱਥੇ ਤੈਨੂੰ ਲੈ ਕੇ ਜਾਏਗੀ, ਇਹ ਜਿੱਥੋਂ ਆਈ ਹੈ ਤੈਨੂੰ ਵੀ ਉੱਥੇ ਲੈ ਕੇ ਜਾਏਗੀ। ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ, ਗਿਆਨ ਵੇ ਲਾਲੋ। ਪਹਿਲੇ ਜਾਮੇ ਵਿੱਚ ਬਾਬੇ ਨਾਨਕ ਨੇ ਲਾਲੋ ਤਰਖਾਣ ਨੂੰ ਸਮਝਾਇਆ ਸੀ, ਲਾਲੋ ਇਹ ਜਿੱਥੋਂ ਬਾਣੀ ਆਈ ਹੈ, ਬਾਣੀ ਆਪਣੇ ਵਰਗੀ ਬੰਦੇ ਨੂੰ ਬਣਾ ਲੈਂਦੀ ਹੈ। ਬੰਦਾ ਇਹਦੇ ਵਰਗਾ ਹੀ ਬਣ ਜਾਂਦਾ ਜਿਹੜਾ ਪੜਨ ਲੱਗ ਜਾਂਦਾ ਹੈ, ਜਿਹਦੇ ਤੇ ਨਜ਼ਰ ਹੋ ਜਾਏ ਗੁਰੂ ਸਾਹਿਬ ਦੀ। ਹਰ ਹਰ ਜਨ ਦੋਏ ਏਕ ਹੈ, ਬਿਬ ਵਿਚਾਰ ਕਿਛ ਨਾਹੇ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਏ। ਤੇ ਮਹਾਰਾਜ ਕਹਿੰਦੇ ਇਹਦੇ ਵਰਗਾ ਹੀ ਬੰਦਾ ਬਣ ਜਾਂਦਾ ਹੈ ਜਦੋਂ ਹਰ ਵਕਤ ਇਹਨੂੰ ਯਾਦ ਰੱਖਦਾ ਹੈ। ਅਸੀਂ ਵੀ ਸਵਾਸ ਇਹਨੂੰ ਯਾਦ ਰੱਖੀਏ ਤਾਂ ਕਿ ਅਸੀਂ ਕ੍ਰੋਧ ਵਰਗੇ ਰੋਗ ਤੋਂ, ਹੰਕਾਰ ਵਰਗੇ ਰੋਗ ਤੋਂ ਬਚ ਸਕੀਏ। ਤੇ ਮਹਾਰਾਜ ਨੇ ਹੁਣ ਇਸ ਸ਼ਬਦ ਵਿੱਚ ਇਸ ਘਰ ਦੀ ਗੱਲ ਕੀਤੀ ਹੈ। ਇਸ ਘਰ ਨੂੰ ਬਚਾਉਣ ਲਈ ਇੱਕੋ ਇੱਕ ਤਰੀਕਾ ਹੈ, ਰੱਬ ਦੀ ਬਾਣੀ। ਆਓ, ਗੁਰੂ ਨਾਨਕ ਸਾਹਿਬ ਮਹਾਰਾਜ ਦਾ ਗੌੜੀ ਰਾਗ ਦਾ ਸ਼ਬਦ ਹੈ, ਸ਼੍ਰੀ ਰਾਮ ਨਾਮਾ ਉਚਰ ਮਨਾ, ਆਗੇ ਜਮ ਦਲ ਭਿਖ ਮੰਗਣਗੇ। ਆਗੇ ਜਮ ਦਲ ਭਿਖ ਮੰਗਣਾ, ਸ਼੍ਰੀ ਰਾਮ ਨਾਮਾ, ਸ਼੍ਰੀ ਰਾਮ ਨਾਮਾ, ਸ਼੍ਰੀ ਰਾਮ ਨਾਮਾ, ਸ਼੍ਰੀ ਰਾਮ ਨਾਮਾ, ਸ਼੍ਰੀ ਰਾਮ ਨਾਮਾ ਉਚਰ ਮਨਾ, ਸ਼੍ਰੀ ਰਾਮ ਨਾਮਾ ਉਚਰ ਮਨਾ, ਆਗੇ ਜਮ ਦਲ ਭਿਖ ਮੰਗਣਾ, ਸ਼੍ਰੀ ਰਾਮ ਨਾਮਾ, ਸ਼੍ਰੀ ਰਾਮ ਨਾਮਾ, ਸ਼੍ਰੀ ਰਾਮ ਨਾਮਾ, ਸ਼੍ਰੀ ਰਾਮ ਨਾਮਾ, ਸ਼੍ਰੀ ਰਾਮ ਨਾਮਾ ਉਚਰ ਮਨਾ, ਸ਼੍ਰੀ ਰਾਮ ਨਾਮਾ ਉਚਰ ਮਨਾ, ਆਗੇ ਜਮ ਦਲ ਭਿਖ ਮੰਗਣਾ, ਸ਼੍ਰੀ ਰਾਮ ਨਾਮਾ, ਸ਼੍ਰੀ ਰਾਮ ਨਾਮਾ, ਸ਼੍ਰੀ ਰਾਮ ਨਾਮਾ, ਸ਼੍ਰੀ ਰਾਮ ਨਾਮਾ। अवर पंच हम एक जना, क्यों राखूं घर बार मना। अवर पंच हम एक जना, क्यों राखूं
जना। मारे लूटे नीत नीत इससे आगे करी पुकार जना। इससे आगे करी पुकार जना। श्री राम नाम 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 वज्र मना। श्री राम नाम वज्र मना। आगे जमदल विक्रम कना। श्री राम नाम श्री राम नाम श्री राम नाम श्री राम नाम। सार मड़ोली रख द्वारा भीतर बैठी साधना। सार मड़ोली रख द्वारा भीतर बैठी साधना। अमृत के करे नित गामन अवर लुटे न सो पंच जना। अमृत के करे नित कामन अवर लुटे न सो पंच जना। अवर लुटे न सो पंच जना। श्री राम नाम 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 वज्र मना। श्री राम नाम वज्र मना। आगे जमदल विक्रम कना। श्री राम नाम श्री राम नाम श्री राम नाम श्री राम नाम। काहे मड़ोली लूटिया दे होना सातन पकड़ी एक जना। काहे मड़ोली लूटिया दे होना सातन पकड़ी एक जना। जम डंडा गढ़ संगल पड़िया भाग गए से पंच जना। जम डंडा गढ़ संगल पड़िया भाग गए से पंच जना। भाग गए से पंच जना। श्री राम नाम 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 वज्र मना। श्री राम नाम वज्र मना। आगे जमदल विक्रम कना। श्री राम नाम श्री राम नाम श्री राम नाम श्री राम।
ਸਖਾ ਦਾਤਾ। ਕਾਮਨ ਲੋੜੈ ਸੋਇ ਨਾ ਰੂਪਾ, ਮਿੱਤਰ ਦੜੇ ਨ ਸੁਖਾ ਦਾਤਾ। ਨਾਨਕ ਪਾਪ ਕਰੇ ਜਿਨ ਕਾਰਨ, ਜਾਸੀ ਜੰਪੁਰ ਬਾਤਾ। ਨਾਨਕ ਪਾਪ ਕਰੇ ਜਿਨ ਕਾਰਨ, ਜਾਸੀ ਜੰਪੁਰ ਬਾਤਾ। ਜਾਸੀ ਜੰਪੁਰ ਬਾਤਾ। ਸ਼੍ਰੀ ਰਾਮ ਨਾਮ, ਸ਼੍ਰੀ ਰਾਮ ਨਾਮ, ਸ਼੍ਰੀ ਰਾਮ ਨਾਮ, ਸ਼੍ਰੀ ਰਾਮ ਨਾਮ, ਸ਼੍ਰੀ ਰਾਮ ਨਾਮ ਉਚਰੇ ਮਨਾ, ਸ਼੍ਰੀ ਰਾਮ ਨਾਮ ਉਚਰੇ ਮਨਾ। ਆਪੇ ਚਮਦਰ ਵਿਕਰ ਬਨਾ, ਸ਼੍ਰੀ ਰਾਮ ਨਾਮ, 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 ਸ਼੍ਰੀ ਰਾਮ ਨਾਮ। ਸ਼੍ਰੀ ਰਾਮ ਨਾਮ ਉਤਰੇ ਮਨਾ, ਆਗੇ ਜਮ ਦਿਲ ਬਿਕ ਮੁਕਣਾ। ਸਤਿਗੁਰ ਸੱਚੇ ਪਾਤਸ਼ਾਹ ਜੀ ਪਾਵਨ ਸ਼ਬਦ ਵਿੱਚ ਜੋ ਸਮਝਾਉਣ ਦਾ ਯਤਨ ਕੀਤਾ ਹੈ, ਕਿਉਂ ਇਸ ਜੀਵ ਆਤਮਾ ਨੇ ਜਮਾਂ ਦੇ ਵਸ ਪੈਣ ਤੋਂ ਤਾਂ ਬਚਣਾ ਹੈ ਜਦੋਂ ਉਸ ਪਰਮੇਸ਼ਰ ਦਾ ਨਾਮ ਇਹ ਜੀਵ ਆਤਮਾ ਜਪੇਗੀ। ਕਿਉਂ ਮਹਾਰਾਜ ਦੀ ਬਾਣੀ ਵਿੱਚ ਐਸੇ ਲਫ਼ਜ਼ ਸਾਡੇ ਲਈ ਵਰਤੇ ਨੇ ਗੁਰੂ ਪਿਆਰੀ ਸਾਧ ਸੰਗਤ, ਤਾਂ ਕਿ ਜਿਉਂਦੇ ਜੀ ਬੰਦਾ ਐਸਾ ਕਰਮ ਨਾ ਕਰੇ ਜਿਸ ਦਾ ਖਮਿਆਜਾ ਇਹਨੂੰ ਆਪਣੇ ਆਪ ਭੁਗਤਣਾ ਪਵੇ। ਸਤਿਗੁਰੂ ਜੀ ਪਾਵਨ ਸ਼ਬਦ ਵਿੱਚ ਸਮਝਾਉਣ ਦਾ ਯਤਨ ਕਰਦੇ ਹਨ। ਪੌੜੀ ਹੈ ਸਾਡੀ ਵਾਰ ਦੀ, ਕਿਉਂਕਿ ਮੇਰਾ ਸਮਾਂ ਵੀ ਸੰਪੂਰਨ ਹੋ ਚੁੱਕਾ ਹੈ। ਨਾਨਕ ਜੀ ਉਪਾਏ ਕੈ ਲਿਖਨਾਵੇ ਧਰਮ ਬਹਾਲਿਆ, ਉਥੇ ਸੱਚੋ ਹੀ ਸੱਚ ਨਿਬੜੈ, ਚੁਣ ਬੱਖ ਕੱਢੇ ਜਜ਼ਮਾਲਿਆ। ਥਾਉ ਨਾ ਪਾਇਨ ਕੁੜਿਆਰ, ਕੁੜਿਆਰ ਦਾ ਅਰਥ ਹੈ ਝੂਠੇ ਬੰਦੇ, ਜਿਨ੍ਹਾਂ ਨੂੰ ਕੂੜ ਚੰਗਾ ਲੱਗਦਾ ਹੈ। ਅੱਜ ਸੰਸਾਰ ਉਸ ਪਾਸੇ ਵੱਲ ਜ਼ਿਆਦਾ ਜਾਂਦਾ ਹੈ, ਕੂੜ ਵੱਲ। ਕੂੜ ਦਾ ਅਰਥ ਹੈ ਝੂਠ। ਮਹਾਰਾਜ ਨੇ ਵਾਰ-ਵਾਰ ਬਾਣੀ 'ਚ ਗੱਲ ਲਿਖੀ ਹੈ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣਹਾਰ, ਕੂੜ ਸੋਇਨਾ, ਕੂੜ ਰੂਪਾ, ਕੂੜ ਪਹਿਨਣਹਾਰ। ਕੂੜ ਕਾਇਆ, ਕੂੜ ਕੱਪੜ, ਕੂੜ ਰੂਪ ਅਪਾਰ, ਕੂੜ ਮੀਆਂ, ਕੂੜ ਬੀਬੀ ਖੱਪ ਹੋਏ ਖਾਰ। ਕਹਿੰਦੇ ਪਰ ਇਹਦਾ ਪਿਆਰ ਵੀ ਨਾ ਬੰਦੇ ਦਾ ਝੂਠ ਨਾਲ ਹੀ ਲੱਗ ਗਿਆ। ਲਾਸਟ ਵਾਲੀ ਪੰਕਤੀ ਸੁਣਿਓ, ਕੂੜ ਕੂੜੇ ਨੇਹੋ ਲੱਗਾ ਵਿਸਰਿਆ ਕਰਤਾਰ। ਝੂਠ ਨਾਲ ਪਿਆਰ ਲੱਗ ਗਿਆ ਤੇ ਰੱਬ ਭੁੱਲ ਗਿਆ। ਆਸਾ ਦੀ ਵਾਰ ਦਾ ਸ਼ਲੋਕ ਹੈ, ਵਿਸਰਿਆ ਕਰਤਾਰ। ਤੇ ਮਹਾਰਾਜ ਕਹਿੰਦੇ ਜਦੋਂ ਝੂਠ ਨਾਲ ਜੁੜ ਜਾਂਦਾ ਹੈ ਉਦੋਂ ਰੱਬ ਭੁੱਲ ਜਾਂਦਾ ਹੈ। ਕਿਉਂ? ਰੱਬ ਆਪ ਸੱਚ ਹੈ, ਉਹਦਾ ਨਾਮ ਸੱਚ ਹੈ। ਆਪਾਂ ਰੋਜ਼ ਪੜ੍ਹਦੇ ਹਾਂ, ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਹੋਏਗਾ ਵੀ ਆਉਣ ਵਾਲੇ ਸਮੇਂ ਵਿੱਚ, ਉਦੋਂ ਆਪਾਂ ਨਹੀਂ ਹੋਣਾ। ਕਿਉਂਕਿ ਪ੍ਰਮਾਤਮਾ ਨੂੰ ਸੱਚ ਚੰਗਾ ਲੱਗਦਾ ਹੈ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸੱਚ ਚੰਗਾ ਨਾ ਲੱਗਦਾ ਤਾਂ ਬੱਚੇ ਨਾ ਕਟਾਏ ਜਾਂਦੇ, ਤਾਂ ਬੱਚਿਆਂ ਨੂੰ ਨੀਹਾਂ ਵਿੱਚ ਨਾ ਖੜਨਾ ਪੈਂਦਾ। ਤੇ ਮਹਾਰਾਜ ਕਹਿੰਦੇ ਭਾਈ ਬਸ ਫਿਰ ਉਹਦੀ ਕਚਹਿਰੀ ਵਿੱਚ ਵੀ ਸੱਚ ਚੱਲਦਾ ਹੈ। ਜਦੋਂ ਬੰਦੇ ਨੂੰ ਪਤਾ ਲੱਗ ਗਿਆ ਨਾ ਉਹਦੀ ਕਚਹਿਰੀ ਵਿੱਚ ਸੱਚ ਚੱਲਦਾ ਹੈ, ਫਿਰ ਝੂਠ ਨਾਲ ਨਹੀਂ ਜੁੜੇਗਾ, ਇਹ ਗਰੰਟੀ ਹੈ। ਕਿਉਂ? ਰੱਬ ਦੀ ਬਾਣੀ ਐਸੀ ਹੈ, ਮਹਾਰਾਜ ਕਹਿੰਦੇ ਜਿਹਦੇ ਅੰਦਰ ਮੇਰੀ ਬਾਣੀ ਘਰ ਕਰ ਜਾਏ, ਜ਼ਿਆਦਾ ਨਹੀਂ ਇੱਕ ਕਿਨਕਾ, ਉਹਦਾ ਜੀਵਨ ਦੱਸ ਦਿੰਦਾ ਹੈ। ਇਹ ਬਾਣੀ ਐਸੀ ਹੈ। ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਨਾ ਆਵੇ। ਪਰ ਕਹਿੰਦੇ ਝੂਠ ਵਾਲੇ ਬੰਦੇ ਦਾ ਪਿਆਰ ਝੂਠ ਨਾਲ ਹੀ ਬਣਦਾ ਹੈ, ਕਿਉਂਕਿ ਝੂਠ ਚੰਗਾ ਲੱਗਦਾ। ਇਹਨੂੰ ਮਹਾਰਾਜ ਨੇ ਕੂੜ ਲਿਖਿਆ ਬਾਣੀ 'ਚ, ਗੁਰੂ ਨਾਨਕ ਸਾਹਿਬ ਕਹਿੰਦੇ ਕੂੜ ਕੂੜੇ ਨੇਹੋ ਲੱਗਾ। ਕੀ ਹੋਇਆ? ਫਿਰ ਰੱਬ ਭੁੱਲ ਗਿਆ, ਵਿਸਰਿਆ ਕਰਤਾਰ। ਕਿਸ ਨਾਲ ਕੀਚੇ ਦੋਸਤੀ, ਸਭ ਜਗ ਚੱਲਣਹਾਰ। ਪਤਾ ਹੈ ਬੰਦੇ ਨੂੰ ਇਸ ਗੱਲ ਬਾਰੇ।
आप सारे पढ़े लिखे सज्जन बैठे हाँ, इस गल बारे सानू मन नू पता है भी इन्हें जाना इत्थों, पर महाराज कहते प्रॉब्लम यह है भी प्यार झूठ नाल जुड़ गया है। सब जग चलनहार कूड़ मिठा कूड़ माखियो कूड़ डोबे पूर, नानक बखाने बेनती तुद बाज, कूड़ो कूड़ रब्बा तेरे नाम तो बिना सारा कुछ ही झूठ है। फिर पौड़ी उच्चारण की है, नानक जी उपाय कै लिखनावे धर्म बहालिया, उत्थे सच्चो ही सच निबड़े भाई, इत्थे झूठ चल जाऊगा कोई गल नहीं, पर परमात्मा को झूठ नहीं चलता। क्यों? परमात्मा सच का पुजारी है। लिखा बाबा फरीद जी ने, बोली है सच धर्म झूठ ना बोली है, जो गुर दस्सै बाट मुरीदा जोली है। तो महाराज कहते फिर वो झूठ नहीं चलता। लिख नावे धर्म बहालिया, उत्थे सच्चो ही सच निबड़ा है, चुण बख कढ़े जजमालिया, जिवें घेव विचों बाल कढ़ दिंदे आ ना, मधानी चलाने घर में पशु रखे ने, मधानी चलती सवेरे घेव कढ़दे हैं, तो जे बाल आ जाए ना उदों ही कढ़ के बाहर रख दिंदी माता। बिल्कुल इस तरह महाराज कहते धर्म की कचहरी विच भाई इस तरह चलता है। चुण बख कढ़े जसमाले, झूठे बंदे वास्ते थां नहीं, थां ना पाइन कुड़ियार, मूँह काला दोज कचालिया। जिमें दुनियावी बंदा रिश्वत लैंदा फड़िया जाए की हुंदा, फिर कहंदा मैनू बन लैण दिओ रुमाल मूँह ते इत्थे पौड़ी विच महाराज ने बिल्कुल उस समझाई गल भी धर्म का रास्ता भी ऐसा है, अकाल पुरख कोल झूठ नहीं चलता भाई। इत्थे भी इस तरह हुंदा है, रोज़ नवे नवे केस हुंदे ने, नवी सरकार बनी है गुरु प्यारे, इस तरह हुंदा। पर दुनिया भी हुण दुखी है, सच देखना चाहते हैं भी किते ते सच लभ जाए। बाबे ने वैसे शब्द लिखा बाणी विच, पहले जामे की गल है, हाल उदों भी हुई सी, महाराज नूं लिखना पिया। शब्द सुनियो, महाराज ने शब्द लिखा गुरु नानक साहब महाराज ने, अज वाले हाल से जिवें अज हो रहा है। किहड़ा शब्द? कल काती राजे कसाई, जिन्हों ने राज नूं चलाना सी, महाराज कहते उहदे कसाई बड़े बैठे ने। कसाई कौन हुंदा भला? जिहड़ा बकरे वढ़दा है झटकदा, उहनूं कसाई कहने आ। ते महाराज कहते जिन्हों ने राज चलाना सी हद हो गई, वो इन्ना जुल्म वो आप ही बाड़ नूं खा रहे, बाड़ खेत नूं खा रही, खेत कितना कुछ बचेगा। ते शब्द लिखना पिया महाराज, कल काती राजे कसाई धर्म पंख कर उड़ रहा। कहते धर्म कमाउण वास्ते मिलिया सी, धर्म ते खंभ ला के उड़ गया पंछी वाह। कूड़ा मापस सच चंद्रमा, हनेरी रात मत्स्या वाली, कूड़ा मापस सच चंद्रमा दिसे नहीं कह चढ़िया। अज्ञानता का इन्ना हनेरा हो गया। गुरु नानक साहब महाराज कहन लगे इस रात विच दिखता ही कुछ नहीं। हुण कई बारी तो चानण हुंदा ना, रात नूं बंदा चानण का सहारा खेतां नूं पानी भी लाई जांदा, पर कहंदे कई बारी हनेरा इन्ना हुंदा कोल खड़ा बंदा नहीं दिसदा। अच्छा ये हल हो गया, अज वो हल हो गया। कूड़ा मापस सच चंद्रमा दिसे नहीं कह चढ़िया, हो भाल बिकुन्नी होई अंधेरा राह ना कोई। ते महाराज कहते हुण राह नहीं दिसदा। फिर होया कि अकाल पुरख ने मारिया सिक्का जगत विच, नानक निर्मल पंथ चलाया। गुरु प्यारिओ अज बाणी साडे जीवन विचों खुसदी जाती है। प्रॉब्लम इत्थे आई है, समा उही है, सारा कुछ उही है, ऐसी गल नहीं है। तो महाराज कहते तू बाणी नालों टुटिया है। मैं कई बार सोचता हुन्ना, जान लगे ना गुरु गोबिंद सिंह महाराज जी ने यह गल कही सी नंदेड़ की धरती से, ध्यान नाल सुन ली। एक बाणी का अभ्यास नहीं घर में छड्डना, बाकी काम घटा लेने कोई गल नहीं। तो दूजा शास्त्रधारी होकर जीवन गुजारना है। दुनिया में ऐसी कौम नहीं पैदा होगी जिहड़ी तुहानूं जित लै। दो गल्लां ने गुरु प्यारे। अज साडे घरां विचों बाणी खुसदी जाती है। बंदा पता की करदा है, कोई नहीं बद भेटा दे दिओ, किसी तो पढ़वा लो। नहीं गुरु प्यारे, रास्ता उल्ट फड़ लिया। आपां अरदास करिए महाराज कोल, ये मनाइयां हुई साडियां अंतम अरदासां सफल हो जाणियां है। सतगुरु आखदे ने जिउंदे जी स्वर्ग मांडा है। जदों आत्मा ने उडारी मार दी फिर तो गल ही मुक गई। भगत रविदास जी महाराज ने बड़ा कमाल का शब्द लिखा है, कहते जिउंदे जी स्वर्ग है। ये 10 लोगों जिन्होंने जिउंदे जी स्वर्ग माणिया, मौत तो नहीं डरे, बस ये निशानी है। लिखा महाराज ने बाणी, क्या जाने कि मरेंगे कैसा मरना होए, जेकर साहिब मनो ना विसरै, रब का नाम याद है हर वक्त।
ਤਾਂ ਸਹਿਲਾ ਮਰਨਾ ਹੋਏ, ਕਹਿੰਦੇ ਮੌਤ ਸੌਖੀ ਹੋ ਜਾਊਗੀ। ਭਗਤ ਕਬੀਰ ਜੀ ਮਹਾਰਾਜ ਨੇ ਲਿਖਿਆ ਹੈ, ਕਹਿੰਦੇ ਜਿਹੜਾ ਲੋਕ ਸੰਸਾਰ ਡਰਦਾ ਹੈ ਨਾ ਮੌਤ ਤੋਂ, ਜਿਸ ਮਰਨੇ ਤੇ ਜਗ ਡਰ ਹੈ। ਆਪਾਂ ਉਹ ਚਾਹੁੰਦੇ ਹਾਂ ਨਾ ਵੀ ਵੱਧ ਤੋਂ ਵੱਧ ਸਵਾਸ ਮਿਲਣ, ਆਪਾਂ ਜ਼ਿੰਦਗੀ ਪੂਰੀ ਭੋਗ ਕੇ ਜਾਈਏ। ਮੈਂ ਪਹਿਲਾਂ ਵੀ ਗੱਲ ਕੀਤੀ ਹੈ, ਉਹਨਾਂ ਵਿੱਚ ਮਾਸਟਰ ਮਲਕੀਤ ਸਿੰਘ ਜੀ ਆਏ ਨੇ, ਕਿਉਂਕਿ ਉਹਨਾਂ ਦੀ ਫੁਲਵਾੜੀ ਸਾਹਮਣੇ ਬੈਠੀ ਹੈ। ਇੰਨੇ ਸਵਾਸ ਭਾਗਾਂ ਵਾਲਿਆਂ ਨੂੰ ਮਿਲਦੇ ਨੇ, ਬਹੁਤ ਭਾਗਾਂ ਵਾਲਿਆਂ ਨੂੰ। ਨਹੀਂ ਤੇ ਜੰਗ ਸਾਡੇ ਸਾਹਮਣੇ ਜਵਾਨ ਜਾ ਰਹੇ ਨੇ, ਦੇਖੋ ਕਿਵੇਂ ਐਕਸੀਡੈਂਟ ਹੋਏ। ਇਹ ਰੱਬ ਦਾ ਹੁਕਮ ਹੈ, ਕਦੋਂ ਵੀ ਬੁਲਾ ਲੇ ਆਪਾਂ ਨੂੰ ਪਤਾ ਨਹੀਂ। ਪਰ ਇਸ ਸ਼ਬਦ ਵਿੱਚ ਭਗਤ ਕਬੀਰ ਜੀ ਮਹਾਰਾਜ ਨੇ ਗੱਲ ਸਮਝਾਈ ਹੈ, ਬੰਦਿਆ ਜਿਹੜੀ ਮੌਤ ਤੋਂ ਜੱਗ ਡਰਦਾ ਹੈ, ਜਿਹੜੀ ਮੌਤ ਤੋਂ ਸੰਸਾਰ ਡਰਦਾ ਹੈ, ਜਿਸ ਮਰਨੇ ਤੇ ਜੱਗ ਡਰੇ ਮੇਰੇ ਮਨ ਆਨੰਦ। ਜਿਹੜੇ ਲੋਕ ਕਹਿੰਦੇ ਨੇ ਨਾ ਮਰਨ ਤੋਂ ਬਾਅਦ ਰੱਬ ਮਿਲਦਾ ਹੈ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ, ਉਹ ਜਿਉਂਦੇ ਜੀ ਮਿਲ ਜਾਂਦਾ ਹੈ। ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ, ਜਿਉਂਦੇ ਜੀ ਰੱਬ ਦੇ ਗੁਣ ਆਪਣੀ ਜ਼ਿੰਦਗੀ ਵਿੱਚ ਧਾਰਨ ਕਰੀਏ, ਆਪਣੇ ਘਰ ਵਿੱਚ ਪਰਮੇਸ਼ਰ ਦੀ ਬਾਣੀ ਲਿਆਈਏ, ਜਿਉਂਦੇ ਜੀ ਸਵਰਗ ਮਾਣ ਸਕਦੇ ਹਾਂ। ਮੈਂ ਇੱਕ ਬੋਲ ਬੋਲ ਕੇ ਸਮਾਪਤੀ ਕਰਾਂ, ਕਿਉਂਕਿ ਸਮਾਂ ਹੋ ਗਿਆ ਹੈ। ਆਪਾਂ ਆਨੰਦ ਸਾਹਿਬ ਕਰਾਂਗੇ, ਉਸ ਤੋਂ ਬਾਅਦ ਅਰਦਾਸ ਵਿੱਚ ਜੁੜਨਾ ਹੈ। ਸਤਿਗੁਰੂ ਰਹਿਮਤ ਬਖਸ਼ਿਸ਼ ਕਰ। ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਬੋਲਣਾ ਜੇ। ਜਿਹਦਾ ਸਿੰਘਾਂ ਸਿੰਘਣੀਆਂ ਨੇ ਧਾਰਮ ਹੇਤ ਸੀਸ ਦਿੱਤੇ, ਬੰਦ ਕਟਵਾਏ ਖੋਪਰੀਆਂ ਉਤਰਾਈਆਂ, ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਾਏ ਗਏ। ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਧਰਮ ਨਹੀਂ ਹਾਰਿਆ। ਆਪ ਜੀ ਦੇ ਭਾਣੇ ਨੂੰ ਮਿੱਠਾ ਮਿੱਠਾ ਕਰਕੇ ਮੰਨਿਆ। ਤੇਰਾ ਸੰਭੂ ਸ਼ਹੀਦ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਬੋਲਣਾ ਜੇ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲਣਾ ਜੇ। ਪ੍ਰਥਮ ਸਰਬੱਤ ਗੁਰੂ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਗੁਰੂ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵਨ ਕਾ ਸਦਕਾ ਸਰਬ ਸੁਖ ਹੋਗਾ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਸਿਆ ਰਿਆਇਤ ਦੇਗ ਦੇਗ ਫਤਿਹ। ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਵਾਲੇ ਬੋਲਣਾ ਜੇ। ਗੁਰਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਗੁੰਗੇ, ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲਣਾ ਜੇ। ਇਹ ਅਕਾਲ ਪੁਰਖ ਅੰਤਰਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਵਾਣਿਆਂ ਦੇ ਵਾਣ, ਨੇ ਤਾਣਿਆਂ ਦੇ ਤਾਣ, ਨੇ ਓਟਿਆਂ ਦੀ ਓਟ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਹਜ਼ੂਰ ਚਰਨਾ ਕਮਲਾਂ ਵਿਖੇ ਅਰਦਾਸ ਬੇਨਤੀ ਹੈ ਮਹਾਰਾਜ ਜੀ। ਜਿਹਾ ਚਿੜੀ ਲਿਖਿਆ ਤੇਹਾ ਹੁਕਮ ਕਮਾਹੇ, ਘੱਲੇ ਆਵੇ ਨਾਨਕਾ ਸਦੇ ਉਠੀ ਜਾਹੇ। ਦੇ ਮਹਾਵਾਕਾਂ ਅਨੁਸਾਰ ਆਪ ਜੀ ਦੇ ਦਰ ਘਰ ਦੇ ਪ੍ਰੇਮੀ ਭਾਈ ਮਲਕੀਤ ਸਿੰਘ ਜੀ ਮਹਾਰਾਜ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਦੀ ਆਤਮਿਕ ਸ਼ਾਂਤੀ ਦੇ ਲਈ ਉਹਨਾਂ ਦੇ ਸਮੂਹ ਪਰਿਵਾਰ ਦੇ ਵੱਲੋਂ ਆਪ ਜੀ ਦੇ ਪਾਵਨ ਪਿੱਤਰ ਚਰਨਾਂ ਦਾ ਓਟ ਆਸਰਾ ਤੱਕਦੇ ਹੋਏ ਮਹਾਰਾਜ ਜੀ ਆਪਣੇ ਗ੍ਰਹਿ ਵਿਖੇ ਸ੍ਰੀ ਸਾਹਿਬਗੜ੍ਹ ਸਾਹਿਬ ਜੀ ਦੇ ਭੋਗ ਪਾਏ ਗਏ ਹਨ। ਉਪਰੰਤ ਦੀਵਾਨ ਸਜਾਏ ਗਏ ਆ। ਸੱਜੇ ਦੀਵਾਨਾਂ ਦੇ ਅੰਦਰ ਕੀਰਤਨੀ ਜਥੇ ਨਾਲ ਮਹਾਰਾਜ ਜੀ ਉਹ ਆਪ ਜੀ ਦੇ ਸ਼ਬਦ ਗਾਇਨ ਕੀਤੇ ਆ। ਸਤਿਗੁਰੂ ਜੀ ਗ੍ਰੰਥੀ ਸਿੰਘਾਂ ਕੋਲੋਂ ਬਾਣੀ ਪੜ੍ਹਦਿਆਂ ਕੋਲੋਂ ਸੇਵਾ ਕਰਦਿਆਂ ਕੋਲੋਂ ਕੀਰਤਨੀ ਜਥੇ ਪਾਸੋਂ ਸ਼ਬਦ ਗਾਇਨ ਕਰਦਿਆਂ ਕੋਲੋਂ ਕਥਾ ਵਿਚਾਰਾਂ ਕਰਦਿਆਂ ਕੋਲੋਂ ਬੇਅੰਤ ਭੁੱਲਾਂ ਹੋਈਆਂ।
ਮਾਫੀਆਂ ਦੇਣੀਆਂ ਅੱਗੇ ਤੋਂ ਸੁੱਧ ਬੁੱਧ ਬਖਸ਼ਿਸ਼ ਕਰਨੀ ਮਹਾਰਾਜ ਜੀ। ਬੜੀ ਸੁਣੀ ਬਾਣੀ ਦਰ ਤੇ ਪ੍ਰਵਾਨ ਕਰਨੀ, ਬਾਣੀ ਦਾ ਭਾਵ ਵਿਛੜੀ ਆਤਮਾ ਨੂੰ ਬਖਸ਼ਣਾ, ਚਰਨਾਂ ਵਿਖੇ ਨਿਵਾਸ ਬਖਸ਼ਣਾ, ਪਰਿਵਾਰ ਨੂੰ ਸਾਥੀ ਸੰਬੰਧੀਆਂ ਨੂੰ ਭਾਣਾ ਮੰਨਣ ਦੀ ਬਲ ਬੁੱਧ ਬਖਸ਼ਿਸ਼ ਕਰਨੀ ਮਹਾਰਾਜ ਜੀ। ਉਹ ਇਸੇ ਸੰਬੰਧ ਨੂੰ ਲੈ ਕਰਕੇ ਸੇਵਕ ਪਰਿਵਾਰ ਵੱਲੋਂ ਗੁਰਬਾਣੀ ਦਾ ਸਤਿਕਾਰ ਕਰਦੇ ਹੋਏ ਸੋਹਣੇ ਜਿਹੇ ਰੁਮਾਲੇ ਭੇਟਾ ਕੀਤੇ ਅੰਗੀਕਾਰ ਕਰਨੇ, ਸੇਵਕ ਪਰਿਵਾਰ ਦੇ ਪੈਰ ਪੜਦੇ ਕੱਜਣੇ, ਲੋਕ ਪਰਲੋਕ ਦੇਸ਼ ਪ੍ਰਦੇਸ਼ ਸਹਾਇਤਾ ਕਰਨੀ ਮਹਾਰਾਜ ਜੀ। ਉਹ ਗ੍ਰੰਥੀ ਸਿੰਘਾਂ ਵਾਸਤੇ ਬੇਅੰਤ ਮਾਇਆ ਤੇ ਵਸਤਰ ਹਾਜ਼ਰ ਕੀਤੇ, ਜਿਨ੍ਹਾਂ ਖਜ਼ਾਨਿਆਂ ਚੋਂ ਮਾਂ ਨਿਕਲੀ ਆ ਖਜ਼ਾਨੇ ਭਰਪੂਰ ਕਰਨੇ, ਕਾਲ ਕੰਟਕ ਦੂਰ ਕਰਨੇ, ਘਰਾਂ ਵਿਖੇ ਸੁਖ ਸ਼ਾਂਤੀ ਦਇਆ ਧੀਰਜ ਥਪਾਕ ਨਾ ਬਾਣੀ ਨਾਲ ਪ੍ਰੇਮ ਚਰਨਾਂ ਦੀ ਪ੍ਰੀਤੀ ਬਖਸ਼ਿਸ਼ ਕਰਨੀ ਮਹਾਰਾਜ ਜੀ। ਉਹ ਅਨੇਕਾਂ ਸੰਗਤਾਂ ਨੇ ਦੂਰੋਂ ਦਰੇਡੋਂ ਚੱਲ ਕੇ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ, ਤਿਲ ਫੁੱਲ ਭੇਟਾ ਹਾਜ਼ਰ ਕੀਤੀਆਂ, ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਭੇਟਾ ਹਾਜ਼ਰ ਕੀਤੀਆਂ ਦਰ ਪ੍ਰਵਾਨ ਕਰਨੀਆਂ, ਦਰੋਂ ਘਰੋਂ ਸਿੱਖੀ ਸਦਕ ਭਰੋਸਾ ਨਾਮ ਦੀਆਂ ਦਾਤਾਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ। ਸਤਿਗੁਰੂ ਜੀ ਸੇਵਕ ਪਰਿਵਾਰ ਵੱਲੋਂ ਪਾਵਨ ਪਿੱਤਰ ਹਜ਼ੂਰੀ ਦੇ ਅੰਦਰ ਪੰਚਮ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਗੁਰੂ ਕਾ ਲੰਗਰ ਹਾਜ਼ਰ ਹੈ, ਆਪ ਜੀ ਕੋ ਭੋਗ ਲੱਗੇ ਸੀਤ ਪ੍ਰਸਾਦ, ਸਾਧ ਸੰਗਤ ਦੀ ਰਸਨਾ ਲਾਇਕ ਹੋਵੇ, ਆਪ ਆਪਣੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਨਿਹਾਲ ਕਰਤਾਰਥ ਕਰੋ, ਸੰਗਤਾਂ ਨੂੰ ਹੁਕਮਨਾਮੇ ਤੇ ਚੱਲਣ ਦੀ ਸਮਤ ਬਖਸ਼ੋ ਜੀ। ਸੁਖ ਹੋਵੇ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਲਈ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਵਾ ਚਲਾਇਓ, ਸਭ ਸਿੱਖਾਂ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਵੋ ਚਾਹਾ ਖੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ ਆਕੀ ਰਹਿਣਾ, ਵਾਰ ਹੋਏ ਸਾ ਮਿਲਾਂਗੇ ਬਚੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ, ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ ਉਤਾਰਨ, ਬੋਲੇ ਸੋ ਨਿਹਾਲ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਗਇਓ ਰਾਵਣ ਗਇਓ ਜਾਕੋ ਬਹੁ ਪਰਵਾਰ, ਕਹੋ ਨਾਨਕ ਧਿਰ ਕਛ ਨਹੀਂ ਸੁਪਨੇ ਜਿਉ ਸੰਸਾਰ, ਚਿੰਤਾ ਤਾਕੀ ਕੀਜਿਆ ਜੋ ਅਨਹੋਣੀ ਹੋਏ, ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ, ਜੋ ਉਪਜਿਉ ਸੋ ਬਿਨ ਸੁਹਾ ਪਰੋ ਆਜ ਕਾ ਕਾਲ, ਨਾਨਕ ਹਰ ਗੁਣ ਗਾਏ ਲੇ ਛਾੜ ਸਗਲ ਜੰਜਾਲ, ਸੋ ਕਹੋ ਟਲ ਘੋਰ ਸੇਵੀਆ ਆਹਰਸ ਸਹਜ ਸੁਭਾਈ, ਦਰਸ਼ਨ ਪਰਸਿਆ ਗੁਰੂ ਕਾ
ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਰਠ ਮਹਲਾ ਪੰਜਵਾ। ਜਨਮ ਜਨਮ ਕੇ ਦੁਖ ਨਿਵਾਰ ਸੂਖਾ ਮਨ ਸਾਧਾਰ। दर्शन भेटत होत निहाला हर का नाम विचारा। जन्म जन्म के दुख निवार सुखा मन साधार। दर्शन भेटत होत निहाला हर का नाम विचारा। मेरा बैद गुरु गोविंदा हर हर नाम औखद मुख देवा। काट जम की फंदा रहाओ। समरथ पुरख पूरन विधाते आपे कारण हारा। अपना दास हर आप उबारिया नानक नाम आधारा। समरथ पुरख पूरन विधाते आपे कारण हारा। अपना दास हर आप उबारिया नानक नाम आधारा। वाहिगुरु जी का खालसा वाहिगुरु जी की फतेह। परम सत्कारयोग गुरु प्यारी गुरु सवारी साध संगत जीओ। आज आप सारे ही मास्टर मलकीत सिंह जी की भोग की अरदास के शामिल होए हाँ। क्योंकि समा सीमित है, मैं तो सिर्फ 2 शब्दों के नाल ही आप संगतां दे कोलों खेमा का जाचक हो जाना। क्योंकि गर्मी का समा है, साडे कोल बहुत ही प्रतिभागी सज्जन राजनीतिक समाज सेवी ਅਤੇ धर्म की दुनिया के विचों सिख धर्म के नाल संबंधित साडे बहुत ही सत्कारयोग SGPC मैंबर भाई अमरजीत सिंह जी जावला साहब वो भी साडे विचकार आए हैं। सो मैं तो यही अरदास करांगा कि हे अकाल पुरख सच्ची पातशाह कि विछड़ी आत्मा नूं चरणां विच निवास ਅਤੇ सानू सारिਆਂ ਨੂੰ ਭਾਣਾ ਬਣਨ ਦੀ बल बुद्ध बख्शिश करी। सो ये अरदास साडे गुरु चरणां विच हो सकदी प्रवान हो जाए। क्योंकि दिलों कीती अरदास जिहड़ी है वो कदे व्यर्थ ही नहीं जाती। सो हुण मैं बेनती करा साडे जिहड़े स्टेज के संचालक है मेरे ख्याल है भी मास्टर जी हरदेव सिंह जी है सराह तो उन्होंने बेनती है कि वो मैक संभालन तो जोड़ा अगला प्रोग्राम है संगतां नूं जाणू करवाण। बख्शो खेवा बुलाइए फतेह। वाहिगुरू जी का खालसा वाहिगुरू जी की फतेह। हेलो मैं सारी संगत के चरणों में बेनती करना है अपने अपने दिल पे हथ रख के मलकीत सिंह अपने जान तो पहले जो कुछ ले गया मैं पढ़ रहा। इदा का बंदा कभी भी संसार नहीं जोड़ा अपना आप ही लिखता है।
मैं मर जाऊं तो मेरी अच्छा, मैं मर जाऊं तो मेरी एक अलग पहचान दिखे, लहू से मेरी पेशानी पे हिंदुस्तान लिख देना, जनाजे पे मेरे लिख देना यारो, मोहब्बत करने वाला जा रहा है। ये परिवार ने बाद च दिता, हुणे दिता है। 2 गज ज़मीन मिल गई मुझ गरीब को, मरने के बाद मैं भी जिमीदार हो गया। एक सरदार मलकीत सिंह दी अपने दिल दी भावना है। मलकीत सिंह बारे ਜਿਹੜੀਆਂ ਮੇਰੀਆਂ भावना मैं आप लग्या दसन। मैं मजबूत होने का दावा करता सी, मलकीत सिंह बोलता जानी मर जान, पर मान उदों टुटिया जब ਉਹਦੇ बिना साह लेना भी औखा हो गया। अगला माए ना कत पूनियां ना कत कचड़ा सूट, असी चले घर अपने करके बेड़े कूच। ते अगला सब ने सौरे बंजना करके बेड़े कूच, सजना तेरा विछोड़ा, सॉरी सजना तेरा विछोड़ा बड़ा सताउंदा है, जिन्ना मैं भुलावां उन्ना ही चेते आउंदा है। उसके अगे बहारे बाग के इम्कान कम नहीं होंगे, लेकिन देखने वालों में हम नहीं होंगे। उसके अगे जिंदगी इस तरह निभाओ, पर्दा गिरने के बाद भी तालियां बजती रहे। बहारे बाग के इम्कान कम नहीं होंगे, लेकिन देखने वालों में हम नहीं होंगे। थोड़ा जा हो रहा है। सजना तेरा पिछोड़ा बड़ा सताउंदा है, जिन्ना मैं बनावा उतना ही चेते आउंदा है। जिंदगी इस तरह निभाओ कि पर्दा गिरने के बाद भी तालियां बजती रहे। तेरे बगैर तेरे ख्यालों से खेल कर जैसे भी हो सकेगा गुजारा कर लेंगे। तेरे बगैर उसके बगैर ना जैसे भी हो सके गुजारा कर लेंगे। आखिरी बहारें फिर भी आएंगी, कारवां फिर भी गुजरेंगे। बहारें हमको ढूंढेंगी, यानी मलकीत वालों हैं, न जाने हम कहाँ होंगे। हूँ परिवार वालों हुक्म होया एक चड्डा साहब चले गए है जी, तो चावला साहब अपने विचार रखेंगे। चावला साहब जुगो जुगो टल जबर छतर तख्त के मालक साहब श्री गुरु ग्रंथ साहब महाराज जी की पावन पवित्र हजूरी अंदर जुड़ के साढ़े बहुत ही सम्मानयोग सरदार मलकीत सिंह जी के प्रति अरदास बेनती में शामिल हो रही गुरु प्यारी खालसा साध संगत जी, फतेह बुलाओ। वाहिगुरू जी का खालसा, वाहिगुरू जी की फतेह। जिहा चीरी लिखिया तेहा हुक्म कमाए, कले आवह नानका सदे उठी जाए। जिन्नी सवासा की पूंजी लैके साढ़े मानयोग सरदार मलकीत सिंह जी इस संसार से आए सी, उसनूं भोग के अज इस संसार तो प्यारा करके पिछों परिवार ने संबंधियों ने जो सतगुरु जी की सानू मर्यादा दर्शाई है। अंते सतगुरु बोलिया मैं पिछों कीर्तन करे हो नरबान जियो। वो नरबान कीर्तन भाई साहब ने बहुत ही विरागमई जिथे कीर्तन श्रवण कराया, उत्थे बहुत उत्तम विचारां भी जो जीवन के नाल संबंधित है वो साडे नाल साझियां कीतियां। ये जीवन जिसका आरंभ जन्म है और इसका अंत जड़ा वो मौत है। ये जीवन की जो कहानी है हुणे हुणे साडे मास्टर हरदेव सिंह जी वो सदरां तुहाडे नाल साझियां कर रहे सी। सरदार मलकीत सिंह दे जो उन्हां दे अपने जज्बात है
ਉਹਨਾਂ ਦੇ ਆਪਣੇ ਅਲਫਾਜ਼ ਹੈ, ਉਹਨਾਂ ਨੇ ਤੁਹਾਡੇ ਨਾਲ ਸਾਂਝੇ ਕੀਤੇ। ਕਿਉਂਕਿ ਮਨੁੱਖ ਜੀਵਨ ਦੇ ਵਿੱਚ ਬੜੀਆਂ ਕੋਸ਼ਿਸ਼ਾਂ ਕਰਦਾ ਹੈ ਕਿ ਮੈਂ ਆਹ ਵੀ ਪ੍ਰਾਪਤ ਕਰ ਲਵਾਂ, ਆਹ ਵੀ ਪ੍ਰਾਪਤ ਕਰ ਲਵਾਂ। ਬਹੁਤ ਯਤਨ ਮਨੁੱਖ ਆਪਣੇ ਜੀਵਨ ਨੂੰ ਬਣਾਉਣ ਵਾਸਤੇ ਕਰਦਾ, ਲੇਕਿਨ ਸਾਨੂੰ ਜੋ ਸਤਿਗੁਰਾਂ ਨੇ ਸਭ ਤੋਂ ਵੱਡਾ ਨਿਸ਼ਾਨਾ ਧੰਨ ਗੁਰੂ ਅਰਜਨ ਦੇਵ ਮਹਾਰਾਜ, ਸ਼ਹੀਦਾਂ ਦੇ ਸਰਤਾਜ, ਉਹਨਾਂ ਨੇ ਸਾਡੇ ਸਾਹਮਣੇ ਰੱਖਿਆ, ਜਿਹੜਾ ਅਸੀਂ ਰੋਜ਼ਾਨਾ ਨੇਤਰੇਮ ਜਿਹੜੇ ਕਰਦੇ ਉਹਨਾਂ ਨੂੰ ਪਤਾ ਕਿ ਸਤਿਗੁਰ ਕਹਿੰਦੇ ਭਈ ਪ੍ਰਾਪਤ ਮਾਨੁਖ ਦੇ ਹੋਈਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਜਿਹੜੀ ਸਾਨੂੰ ਜੀਵਨ ਹੈ ਇਹ ਪ੍ਰਾਪਤੀ ਗਈ ਹੈ ਸਤਿਗੁਰ ਦੀ, ਕਿਉਂਕਿ 84 ਲੱਖ ਜੂਨ ਮੰਨੀ ਗਈ ਹੈ ਤੇ 84 ਲੱਖ ਜੂਨ ਦੇ ਵਿੱਚੋਂ ਜੋ ਮਨੁੱਖਾ ਜਨਮ ਹੈ ਇਸ ਨੂੰ ਸਾਰਿਆਂ ਤੋਂ ਵੱਡੀ ਸਰਦਾਰੀ ਉਹ ਪ੍ਰਾਪਤ ਹੈ। 84 ਲੱਖ ਦਾ ਜਿੰਨਾ ਬਾਕੀ ਹਿੱਸਾ ਇੱਕ ਮਨੁੱਖਾ ਜੂਨ ਨੂੰ ਛੱਡ ਕੇ ਮਨੁੱਖ ਉਸ ਨੂੰ ਆਪਣੇ ਕਾਬੂ ਵਿੱਚ ਕਰ ਲੈਂਦਾ ਹੈ। ਮਨੁੱਖ ਉਸ ਨੂੰ ਕਾਬੂ ਕਰ ਸਕਦਾ, ਇੰਨੀ ਕੋਈ ਤਾਕਤ, ਇੰਨੀ ਕੋਈ ਹਿੰਮਤ ਸਤਿਗੁਰਾਂ ਨੇ ਮਨੁੱਖ ਨੂੰ ਦਿੱਤੀ ਹੈ। ਇਸ ਵਾਸਤੇ ਜਿਹੜਾ ਮਨੁੱਖ ਹੈ ਇਹ ਨਹੀਂ ਹੈ ਕਿ ਮਾਤਾ ਪਿਤਾ ਦਾ ਮਿਲਨ ਹੋ ਜਾਂਦਾ ਤੇ ਬੱਚੇ ਦਾ ਜਨਮ ਹੋ ਜਾਂਦਾ। ਇਹ ਕੇਵਲ ਇੰਨੀ ਕਹਾਣੀ ਨਹੀਂ, ਸਤਿਗੁਰ ਸਾਨੂੰ ਬੜਾ ਸੁਚੇਤ ਕਰਦੇ ਆ ਕਿ ਸਰੀਰਾ ਮਿਲਿਆ ਹੱਥ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੇ ਆਇਆ। ਇਹ ਮਨੁੱਖ ਜੇ ਤੇਰੇ 'ਚ ਵਾਹਿਗੁਰੂ ਨੇ ਆਪਣੀ ਜੋਤ ਰੱਖੀ ਤਾਂ ਤੂੰ ਸੰਸਾਰ ਤੇ ਆਇਆ। ਤੇ ਇਹ ਸੰਸਾਰ ਤੇ ਆਉਣ ਦਾ ਮਨੋਰਥ ਕੀ ਆ? ਉਹ ਮਨੋਰਥ ਹੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕਿ ਭਈ ਪ੍ਰਾਪਤ, ਇਹ ਜਿਹੜੀ ਤੈਨੂੰ ਪ੍ਰਾਪਤੀ ਹੋਈ ਆ ਮਾਨੁਖ ਦੇਵੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਗੋਬਿੰਦ ਨੂੰ ਮਿਲਣ ਦੀ ਗੱਲ ਜਿਹੜੀ ਹੁਣੇ ਭਾਈ ਸਾਹਿਬ ਦਰਸਾ ਰਹੇ ਸੀ ਕਿ ਸੱਚ ਨਹੀਂ ਪ੍ਰਾਪਤ, ਇਹ ਸਭ ਤੋਂ ਔਖੀ ਘਾਟੀ ਹੈ। ਕਿਉਂਕਿ ਸੱਚੋ ਉਰੇ ਸਭ ਕੋ ਉੱਪਰ ਸੱਚ ਆਚਾਰ। ਅੱਜ ਝੂਠ ਦਾ, ਕੂੜ ਦਾ ਬੜਾ ਵੱਡਾ ਬੋਲਬਾਲਾ। ਜਿੱਥੇ ਵੀ ਦੇਖੋ ਅੱਜ ਸਾਡੇ ਰਿਸ਼ਤੇ ਵੀ, ਅੱਜ ਸਾਡੀਆਂ ਦੋਸਤੀਆਂ ਵੀ, ਸਾਡੇ ਸੰਬੰਧ ਵੀ ਉਹ ਕੂੜ ਦੇ ਗੁਲਾਮ ਹੋ ਰਹੇ ਆ, ਝੂਠ ਦੇ ਗੁਲਾਮ ਹੋ ਰਹੇ ਆ। ਬਹੁਤ ਘੱਟ ਕਿਤੇ ਸੱਜਣਾ ਦੇ ਵਿੱਚ ਪਿਆਰ ਹੈ ਤੇ ਉੱਥੇ ਕਿਤੇ ਸੱਚਾ ਨਹੀਂ ਤਾਂ ਉਹਦੇ ਵਿੱਚ ਵੀ ਸਵਾਰਥ ਪ੍ਰਧਾਨ ਹੁੰਦਾ ਜਾਂਦਾ। ਤੇ ਜਿੱਥੇ ਸਵਾਰਥ ਪ੍ਰਧਾਨ ਹੁੰਦਾ ਉੱਥੇ ਜਾ ਕੇ ਝੂਠ ਹੀ ਝੂਠ ਦਾ ਪਸਾਰਾ ਹੋ ਜਾਂਦਾ। ਇਹ ਜੀਵਨ ਦੇ ਵਿੱਚ ਸਭ ਤੋਂ ਔਖਾ ਕੰਮ ਹੈ ਕਿ ਅਸੀਂ ਸੱਚ ਨੂੰ ਪ੍ਰਾਪਤ ਕਰ ਸਕੀਏ। ਤੇ ਇਹ ਕਿਵੇਂ ਹੋਣਾ ਹੈ? ਜੇਕਰ ਅਸੀਂ ਜੀਵਨ ਦੇ ਵਿੱਚ ਭਲੇ ਪੁਰਸ਼ਾਂ ਦੀ ਕਿਤੇ ਸੰਗਤ ਕਰਾਂਗੇ, ਕਿਸੇ ਚੰਗੇ ਵਿਅਕਤੀਆਂ ਦੀ ਸੰਗਤ ਕਰਾਂਗੇ। ਜਿਵੇਂ ਕਬੀਰ ਜੀ ਕਹਿੰਦੇ, ਕਬੀਰ ਇਹ ਤਨ ਜਾਏਗਾ ਸਕੋ ਤਾਂ ਲਿਹੋ ਬਹੌਰ। ਕਹਿੰਦੇ ਜਿਹੜਾ ਸਰੀਰ ਹੈ ਨਾ ਚਲੇ ਆ, ਕਬੀਰ ਜੀ ਕਹਿੰਦੇ ਜੇ ਇਹਨੂੰ ਸਵਾਰ ਬਹੌਰ ਹੁੰਦਾ ਝਾੜੂ ਮਾਰਦਾ। ਕਹਿੰਦੇ ਜੇ ਇਹਨੂੰ ਝਾੜੂ ਮਾਰ ਕੇ ਸਵਾਰ ਸਕਦੇ ਆ ਤੇ ਸਵਾਰ ਦੋ। ਕਬੀਰ ਇਹ ਤਨ ਜਾਏਗਾ ਸਕੋ ਤਾਂ ਲਿਹੋ ਬਹੌਰ, ਨਾਂਗੇ ਪਾਉ ਤੇ ਗਏ ਜਿਨ ਕੇ ਲੱਖ ਕਰੋੜ। ਉਹ ਲੋਕ ਜਿਨ੍ਹਾਂ ਦੇ ਕੋਲ ਮਹਿਲ ਮਾੜੀਆਂ ਸਨ, ਲੱਖਾਂ ਕਰੋੜਾਂ ਦੇ ਸਾਧਨ ਸਨ, ਉਹ ਵੀ ਜਦੋਂ ਗਏ ਸੰਸਾਰ ਤੋਂ ਤੇ ਨੰਗੇ ਪੈਰ ਖਾਲੀ ਹੱਥ ਸੰਸਾਰ ਤੋਂ ਚਲੇ ਗਏ। ਇੱਥੇ ਹੀ ਸਾਰਾ ਪਸਾਰਾ ਪਿਆ ਰਹਿੰਦਾ ਬੰਦੇ ਦਾ ਤੇ ਬੰਦਾ ਖਤਮ ਹੁੰਦਾ। ਤੇ ਉਹਦਾ ਹੱਲ ਵੀ ਉਹਨਾਂ ਨੇ ਇਹੀ ਦੱਸਿਆ ਕਿ ਕਬੀਰ ਇਹ ਤਨ ਜਾਏਗਾ ਕਵਣੇ ਮਾਰਗ ਲਾਏ। ਫਿਰ ਕਿਹੜੇ ਰਸਤੇ 'ਤੇ ਚਲੀਏ? ਤਾਂ ਉਹ ਕਹਿੰਦੇ ਆ ਕਿ ਕਹਿ ਸੰਗਤ ਕਰ ਸਾਧ ਕੀ, ਕਹਿ ਹਰ ਕੇ ਗੁਣ ਗਾਏ। ਜਾਂ ਤਾਂ ਭਲੇ ਪੁਰਸ਼ਾਂ ਦੀ, ਸਾਧੂਆਂ ਦੀ, ਹੋਰ ਚੰਗੇ ਪੁਰਸ਼ਾਂ ਦੀ ਉਹਨਾਂ ਦੀ ਸੰਗਤ ਕੀਤੀ ਜਾਵੇ, ਜਾਂ ਉਸ ਪਰਮਾਤਮਾ ਦਾ ਨਾਮ, ਜਿਹੜਾ ਨਾਮ ਜਿਹਨੂੰ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹੁਣੇ ਦੱਸਿਆ, ਉਹ ਸੱਚਾ ਨਾਮ। ਜਿੰਨੀ ਦੇਰ ਤੱਕ ਅਸੀਂ ਉਹ ਨਹੀਂ ਚੀਜ਼ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਦੇ, ਕਿਉਂਕਿ ਮਨੁੱਖ ਬੜੀਆਂ ਘਾੜਤਾਂ ਕਰਦਾ, ਬੜੇ ਸੁਪਨੇ ਸਜਾਉਂਦਾ ਕਿ ਮੈਂ ਆਹ ਵੀ ਕਰ ਲੈਣਾ, ਆਹ ਵੀ ਕਰ ਲੈਣਾ, ਪਰ ਮਨੁੱਖ ਨੂੰ ਇਹ ਪਤਾ ਨਹੀਂ ਕਿ ਉਹਦਾ ਅੰਤਮ ਸਮਾਂ ਕਦੋਂ ਆ ਜਾਣਾ। ਕਈ ਵਾਰ ਅਸੀਂ ਸੋਚਦੇ ਹਾਂ ਕਿ ਸਰਦਾਰ ਮਲਕੀਤ ਸਿੰਘ ਦੀ ਉਮਰ 80 ਸਾਲ ਹੋ ਗਈ, ਬਜ਼ੁਰਗ ਹੋ ਗਏ ਸੀ, ਇਹਨਾਂ ਦਾ ਸਮਾਂ ਆ ਗਿਆ, ਇਸ ਵਾਸਤੇ ਚਲੇ ਗਏ। ਪਰ ਰੋਜ਼ਾਨਾ ਸਾਡੇ ਸਾਹਮਣੇ ਕਿੰਨੀਆਂ ਘਟਨਾਵਾਂ ਵਾਪਰਦੀਆਂ। ਕਈ ਵਾਰ ਛੋਟੇ ਛੋਟੇ ਬੱਚੇ ਹੀ, ਆਹ ਪਿੱਛੇ ਜਿਹੇ ਇੱਕ ਥੋੜ੍ਹੀ ਜਿਹੀ ਬੱਸ ਵਿੱਚ ਘਟਨਾ ਵਾਪਰ ਗਈ, ਸਕੂਲ ਦੀ ਬੱਸ ਜਾ ਰਹੀ ਸੀ, 5-7 ਦਿਨ ਦੀ ਗੱਲ ਹੈ, ਅਖਬਾਰਾਂ ਦੀ ਖਬਰ ਹੈ ਕਿ ਉੱਥੇ ਧੂੰਆਂ ਉੱਠਿਆ, ਨਾੜ ਦਾ
ਖੇਤਾਂ ਵੱਲ ਨੂੰ ਬੱਸ ਹੋ ਗਈ, ਜਿੱਧਰਲੇ ਪਾਸੇ ਅੱਗ ਸੀ ਬੱਸ ਹੀ ਆਉਣ ਨੂੰ ਚਲੀ ਗਈ। ਇੰਨਾ ਡਰਾਈਵਰ ਨੂੰ ਅੰਧਕਾਰ ਛਾਪ ਗਿਆ, ਉਹਦੇ ਸਾਹਮਣੇ ਛਾ ਗਿਆ। ਉਹਨਾਂ ਵਿੱਚ ਇੱਕ ਬੱਚਾ ਚੜ੍ਹਾਈ ਕਰ ਗਿਆ, ਬੱਚੇ ਬਾਕੀ ਵੀ ਨਾਲ, ਬਾਕੀ ਜ਼ਖਮੀ ਹੋ ਗਏ, ਲੇਕਿਨ ਇੱਕ ਉੱਥੇ ਚੜ੍ਹਾਈ ਕਰ ਗਿਆ। ਹੁਣ ਬੱਚੇ ਬਾਰੇ ਮਾਤਾ ਪਿਤਾ ਨੇ ਤਾਂ ਸੋਚਿਆ ਨਹੀਂ ਸੀ, ਉਹਨਾਂ ਨੇ ਤਾਂ ਬੜੇ ਪਿਆਰ ਨਾਲ ਲਾਡ ਨਾਲ ਤਿਆਰ ਕਰਕੇ ਸਕੂਲ ਭੇਜਿਆ, ਲੇਕਿਨ ਉਹ ਬੱਚੇ ਦੀ ਖਬਰ ਆ ਗਈ, ਕੋਈ ਪਤਾ ਨਹੀਂ। ਇਸੇ ਵਾਸਤੇ ਸਤਿਗੁਰੂ ਕਹਿੰਦੇ ਕਿਆ ਜਾਣਾ ਕਿਵੇਂ ਮਰੇਂਗੇ, कैसा मरना होवे, न बारक न जूबना न बिरती किश बंद। पता नहीं बारक उम्र दे विच, पता नहीं भर जवानी की उम्र दे विच, पता नहीं बुढ़ापा आप अपने इलाके में ही देखते हैं 110 साल के बंदे ਜਿਹੜੇ ਅੱਜ ਵੀ ਇੱਥੇ ਸਾਨੂੰ ਮਿਲਦੇ ਆ ਤੇ ਕਈ ਵਾਰ ਛੋਟੇ ਛੋਟੇ ਤੁਰ ਜਾਂਦੇ ਆ। ਇਸ ਵਾਸਤੇ ਇਹ ਜੀਵਨ ਦੀ ਜਿਹੜੀ ਕਹਾਣੀ ਹੈ, ਇਹ ਜੇਕਰ ਅਸੀਂ ਕਿਤੇ ਸੱਚ ਦੇ ਮਾਰਗ ਤੇ ਚੱਲ ਕੇ ਆਪਣੇ ਜੀਵਨ ਦੇ ਵਿੱਚ ਕੁਝ ਪ੍ਰਾਪਤ ਕਰ ਦਈਏ, ਕੋਈ ਚੰਗਾ ਭਲਾ ਕਾਰਜ ਕਰ ਦਈਏ, ਇਹ ਜੀਵਨ ਮਿਲਿਆ ਹੀ ਸਾਨੂੰ ਤਾਂ। ਇਹ ਨਹੀਂ ਕਿ ਅਸੀਂ ਆਪਣੇ ਘਰਾਂ ਦੇ ਕੰਮ ਕਾਰ ਛੱਡ ਰਹੇ ਹਾਂ, ਆਪਣੇ ਘਰਾਂ ਦੀਆਂ ਜ਼ਿੰਮੇਵਾਰੀਆਂ ਛੱਡ ਰਹੀਆਂ। ਇਹ ਸਾਰਾ ਕੁਝ ਇਹਦੇ ਵਿੱਚ ਹੀ ਸਾਨੂੰ ਸਤਿਗੁਰਾਂ ਨੇ ਕਿਹਾ ਕਿ ਨਾਨਕ ਸਤਿਗੁਰ ਭੇਟੀਆ ਪੂਰੀ ਹੋਵੇ ਜੁਗਤ, ਹਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਬਰਦਿਆਂ ਵਿੱਚੇ ਹੋਵੇ ਮੁਕਤ। ਉਹ ਕਹਿੰਦੇ ਹੱਸੋ ਵੀ ਖੇਡੋ ਵੀ, ਤੁਸੀਂ ਨੱਚੋ ਵੀ ਟੱਪੋ ਵੀ ਖਾਓ ਵੀ ਪੀਓ ਵੀ, ਇਹ ਹੱਸਦਿਆਂ ਖੇਡਦਿਆਂ ਇਹਦੇ ਵਿੱਚ ਹੀ ਸਾਡੇ ਜੀਵਨ ਦੀ ਜਿਹੜੀ ਹੈ ਨਾ ਉਹ ਸਾਰੀ ਜੁਗਤੀ ਛੁਪੀ ਹੋਈ ਹੈ। ਜੇਕਰ ਅਸੀਂ ਕਿਸੇ ਗੁਰੂ ਪੀਰ ਨੂੰ ਕਿਸੇ ਨੂੰ ਆਪਾਂ ਮੰਨ ਲਈਏ, ਕਿਸੇ ਦੇ ਆਪਾਂ ਦੱਸੇ ਮਾਰਗ ਤੇ ਚੱਲ ਪਈਏ। ਮਾਸਟਰ ਮਲਕੀਤ ਸਿੰਘ ਦੀ ਮੈਂ ਤੇ ਬਲਰਾਜ ਜੀ ਗੱਲ ਕਰ ਰਹੇ ਸੀ, ਮੈਂ ਕਿਹਾ ਵੀ ਇੱਕ ਮਾਸਟਰ ਨਾਂ ਨਹੀਂ ਲਿਖਿਆ, ਉਹ ਫੋਟੋ ਤੇ ਇਕੱਲਾ ਸਰਦਾਰ ਮਲਕੀਤ ਸਿੰਘ ਲਿਖਿਆ, ਇਹਦੇ ਬੜੇ ਸ਼ਰੀਫ ਇਨਸਾਨ ਸੀ। ਮੈਂ ਕਿਹਾ ਜੀ ਮੈਂ ਆਮ ਤੌਰ ਤੇ ਵੇਖਿਆ ਕਿ ਮਾਸਟਰ ਹੁੰਦੇ ਹੀ ਸ਼ਰੀਫ ਇਨਸਾਨ, ਕਿਉਂਕਿ ਉਹਨਾਂ ਦਾ ਕੰਮ ਪੇਸ਼ਾ ਜਿਹੜਾ ਹੁੰਦਾ ਹੈ ਉਹ ਆਪਾਂ ਛੋਟੇ ਹੁੰਦੇ ਕਿਤਾਬਾਂ ਦੇ ਪੜ੍ਹਦੇ ਹੁੰਦੇ ਸੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੇ ਕਿ ਫੈਲੋ ਵਿੱਦਿਆ ਚਾਨਣ ਹੋਏ। ਚਾਨਣ ਵੰਡਣਾ ਇਹ ਬਹੁਤ ਇੱਕ ਵੱਡੀ ਸੇਵਾ ਹੁੰਦੀ ਹੈ ਆਪਣੇ ਇਲਾਕੇ ਵਿੱਚ, ਆਪਣੇ ਪਿੰਡਾਂ ਵਿੱਚ, ਨਾਲੇ ਖਾਸ ਤੌਰ ਤੇ ਸਾਡੇ ਇਸ ਇਲਾਕੇ ਵਿੱਚ। ਅੱਜ ਇਹ ਇਲਾਕਾ ਸਾਨੂੰ ਬਹੁਤ ਹੁਣ ਤਾਂ ਤਰੱਕੀ 'ਚ ਆਇਆ ਲੱਗਦਾ, ਨਹੀਂ ਤਾਂ ਪਹਿਲਾਂ ਸਭ ਤੋਂ ਗਰੀਬ ਇਲਾਕਾ ਸਾਡਾ ਇਹ ਇਲਾਕਾ ਮੰਨਿਆ ਜਾਂਦਾ ਰਿਹਾ। ਲੇਕਿਨ ਇੱਥੇ ਬਹੁਤ ਚੰਗੇ ਮੈਂ ਦੇਖਿਆ ਵਿਅਕਤੀ, ਜਿਹੜੇ ਚੰਗੇ ਸੂਝਵਾਨ ਪੁਰਸ਼, ਜਿਨ੍ਹਾਂ ਨੇ ਆਪਣੇ ਇਸ ਸਮਾਜ ਦੀ ਬੜੀ ਮਿਹਨਤ ਕਰਕੇ ਸੇਵਾ ਕੀਤੀ, ਕੇਵਲ ਆਪਣੇ ਪਰਿਵਾਰ ਤੱਕ ਨਹੀਂ ਆਪਣੇ ਸਮਾਜ ਨੂੰ ਬਣਾਉਣ ਵਿੱਚ ਬੜਾ। ਉਹਨਾਂ ਵਿੱਚੋਂ ਸਰਦਾਰ ਮਲਕੀਤ ਸਿੰਘ ਜੀ, ਅਤੇ ਮੈਂ ਇਹਨਾਂ ਦੇ ਸਾਰੇ ਪਰਿਵਾਰ ਨੂੰ ਮੈਂ ਦੇਖਦਾ। ਸਾਡੇ ਵੀਰ ਅਜੀਤ ਸਿੰਘ ਉਹਨਾਂ ਨਾਲ ਸਾਡਾ ਬਹੁਤ ਜ਼ਿਆਦਾ ਪੈਂਦਾ ਰਹਿੰਦਾ, ਕਿਉਂਕਿ ਕੋਈ ਵੀ ਪ੍ਰੋਗਰਾਮ ਕਿਸੇ ਵਿਆਹ ਸ਼ਾਦੀ ਦਾ, ਕੋਈ ਹੋਰ ਵੀ ਸਿਆਸੀ ਵੀ ਕਰਨਾ ਹੋਵੇ ਤੇ ਸਾਰੇ ਉੱਥੇ ਹੀ ਇੱਕੋ ਹੀ ਥਾਂ ਸਭ ਤੋਂ ਜਿਹੜੀ ਕੇਂਦਰ ਵਿੱਚ ਸਾਨੂੰ ਮਿਲ ਜਾਂਦੀ ਹੈ ਸਨਰਾਈਜ਼, ਅਤੇ ਉੱਥੇ ਬਹੁਤ ਪਿਆਰ ਨਾਲ। ਕਦੇ ਮੈਂ ਇਹਦੇ 'ਚ ਸਭ ਤੋਂ ਵੱਡੀ ਚੀਜ਼ ਕਿ ਮੈਂ ਲਾਲਚ ਨਹੀਂ ਇਹ ਬੰਦੇ 'ਚ ਵੇਖਿਆ। ਕਿਤੇ ਬੰਦਾ ਲਾਲਚ ਹੀ ਕਰਦਾ, ਮੈਰਿਜ ਪੈਸਾ ਵਾਲੇ ਕੋਲ ਚਲੇ ਜਾਓ, ਬੜੇ ਦੁੱਗਣੇ ਤਿਗਣੇ ਰੇਟ ਦੱਸਦੇ ਆ, ਉੱਪਰ ਤੋਂ ਅੱਗੇ ਚੱਲ ਜਾਓ, ਇਹਦਾ ਤਾਂ ਥੋੜ੍ਹਾ ਜਿਹਾ ਹੈ ਵੀ ਘੱਟ ਹੈ। ਲੇਕਿਨ ਇਹਨਾਂ ਨੂੰ ਜੇ ਦੇਤਾ ਤਾਂ ਵੀ, ਨਾ ਦਿੱਤਾ ਤਾਂ ਵੀ, ਕਿਤੇ ਹੈ ਹੀ ਨਹੀਂ। ਇੰਨਾ ਇਹ ਕਿਉਂ ਹੈ? ਕਿਉਂਕਿ ਚੰਗੇ ਬਾਪ ਦਾ ਕੰਮ ਹੈ। ਜਦੋਂ ਮਾਂ ਜਨਮ ਬੱਚੇ ਨੂੰ ਦਿੰਦੀ ਹੈ, ਬੱਚਾ ਵੱਡਾ ਹੁੰਦਾ ਤੇ ਬਾਪ ਉਹਨੂੰ ਉਂਗਲ ਫੜ ਕੇ ਚੱਲਣਾ ਸਿਖਾਉਂਦਾ। ਇਹ ਬਾਪ ਹੀ ਹੈ ਜਿਹੜਾ ਬੱਚੇ ਨੂੰ ਚੰਗੇ ਰਾਹ 'ਤੇ ਪਾ ਸਕਦਾ। ਅਤੇ ਇੱਕ ਚੰਗਾ ਅਧਿਆਪਕ ਰਿਹਾ ਹੋਵੇ, ਚੰਗਾ ਸੂਝਵਾਨ ਵਿਅਕਤੀ ਰਿਹਾ ਹੋਵੇ, ਅਤੇ ਕੁਦਰਤੀ ਹੈ ਕਿ ਉਹਦੀ ਆਪਣੀ ਫੁਲਵਾੜੀ ਉਹ ਵੀ ਬਹੁਤ ਵਧੀਆ ਹੋਏਗੀ। ਸੋ ਅੱਜ ਉਹ ਸਾਡੇ ਕੋਲੋਂ ਵਿਛੜ ਗਏ, ਉਹਨਾਂ ਦੇ ਕਰਕੇ ਤੁਸੀਂ ਸਾਰੇ ਮੈਂ ਦੇਖ ਰਿਹਾ ਕਿੰਨੀ ਵੱਡੀ ਗਿਣਤੀ ਵਿੱਚ ਸਾਰੇ ਤੁਸੀਂ ਉਹਨਾਂ ਦੇ ਅੰਤਮ ਅਰਦਾਸ ਦੇ ਮੌਕੇ 'ਤੇ ਸਾਰੇ ਇਕੱਤਰ ਹੋਏ ਆ। ਸੋ ਸਤਿਗੁਰ ਕਿਰਪਾ ਕਰਨ, ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ, ਅਤੇ ਉਹਨਾਂ ਵਾਂਗ ਉਹ ਆਪਣਾ ਪਰਿਵਾਰ ਜਿਹੜਾ ਪਿੱਛੋਂ ਉਹ ਵੀ ਮਾਣ ਅਤੇ ਸਨਮਾਨ ਉਸੇ ਤਰ੍ਹਾਂ ਪ੍ਰਾਪਤ ਕਰਦਾ ਰਹੇ। ਇਹਨਾਂ ਸ਼ਬਦਾਂ ਦੇ ਨਾਲ ਖਿਮਾ ਦਾ ਜਾਚਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। 1-2 ਮਿੰਟ ਦੀ ਗੱਲ ਹੈ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਸਾਰਿਆਂ ਨੇ ਪ੍ਰਸ਼ਾਦਾ ਛਕ ਕੇ ਜਾਣਾ ਪਰਿਵਾਰ ਵੱਲੋਂ।
ਪਰਿਵਾਰ ਵੱਲੋਂ ਬੇਨਤੀ ਹੈ ਵੀ ਸਾਰੀ ਸੰਗਤ ਨੇ ਲੰਗਰ ਨਾਲੇ ਹੀ ਆ, ਪੈਲਸ ਨਹੀਂ ਜਾਣਾ ਪੈਣਾ, ਇੱਥੇ ਨੇੜੇ ਹੀ ਹੈ, ਕੋਈ ਬਿਨਾ ਲੰਗਰ ਖਾਧੇ ਦੇ ਨਾ ਜਾ ਚਲਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬੱਤ ਸੰਗਤਾਂ ਨੂੰ ਬੇਨਤੀ ਹੈ ਕਿ ਪ੍ਰਸ਼ਾਦ ਵਰਤਣ ਲੱਗਿਆ ਹੈ ਤੇ ਬਹੁਤ ਜ਼ਰੂਰੀ ਹੈ। ਮੈਂ ਮਾਹੌਲ ਜਿਹਾ ਦੇਖਾ ਪਹਿਲੇ ਸ਼ੁਰੂ ਕਰਾਉਣ ਲੱਗਿਆ ਸੀ ਤੇ ਫਿਰ ਥੋੜ੍ਹੀ ਜਿਹੀ ਕਈ ਵਾਰੀ ਦਿੱਕਤ ਵੀ ਆ ਜਾਂਦੀ ਹੈ, ਪਰ ਸਾਰਿਆਂ ਨੂੰ ਬੇਨਤੀ ਹੈ ਕਿ ਗੁਰੂ ਦਾ ਪ੍ਰਸ਼ਾਦ ਵਰਤਣ ਲੱਗਿਆ ਹੈ, ਸਾਰਿਆਂ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਲੈਣਾ ਜੀ। ਉਪਰੰਤ ਗੁਰੂ ਕਾ ਲੰਗਰ ਵੀ ਬਿਲਕੁਲ ਹੀ ਤਿਆਰ ਹੈ। ਜਿੰਨੇ ਵੀ ਭੈਣ ਭਰਾ